परम सन्मान योग गुरुद्वारा शीस गंज साहिब जी विखे सतगुरु गुरु तेग बहादुर साहिब सच्चे पातशाह उन्हां दे शहादत दिहाड़े दी पूर्व संध्या ए गुरमत दीवान उन्हां महान गुरसिखां दी शहादत नूं समर्पित ने जिन्हां ने अज दे दिन इसे चौरस्ते विच इसे चौंक दे विच अपने प्यारे महबूब दी दिती हुई सिक्खी और जुल्म दा मुकाबला करते हुए सबर नाल तिन्ना सिखा ने अज शहादत दा जाम पीता जिन्हां दा जिक्र असी हर साल करने हैं। दास तां बेनती करदा गुरसिखो भावें साल बाद हजूर और सिखां दी शहादत मनाने आ पर दिल्ली दा ये स्थान जिथे रोजाना संगत जदों मत्था टेकदी है उन्हां तीन गुरसिखां नूं ते गुरु तेग बहादुर जी दे डुल्ले होए लहू नूं नमस्कार करदी है। उन्हां नूं असीं रोज चेते करने और अज खास करके ये विशेष दीवान उन्हां तीन सिख शहादतां दे संबंध विच शहीद सिखां दे संबंध विच हुणे भाई गगनदीप सिंह जी अमृत गुरबाणी दा कीर्तन सरवण करा के गए। आओ अपने अंदर नूं टिकाण दा यतन करिए। सतगुरु गुरु तेग बहादुर सच्चे पातशाह आप जी हर थां ते हर वेले हर घड़ी मददगार हुंदे हो। हर थां हर वेला हर घड़ी जिवें तुसी संसारी तौर ते साडे नाल वरतदे हो रूहानी तौर ते आत्मक ज्ञान रूप वरतदे हो। बेर करो संगत विच आप वरत के हिरदे दा टिका बख्श के प्रेम भावना संयुगत अपने उन्हां शहीद गुरसिखां दे जीवन दी कथा आप ही करा लवो। करो किरपा साध संगत आप असीस बख्शो। इहदे विच कोई शक नहीं कीर्तन कथा प्रचार करन वाला संगत तो उचेरा बैठदा है पर इस गल नूं कदी भुले ना कि विच संगत हर प्रभ वस है जीओ। करो किरपा गुरु बख्शी फतेह स्वीकार करो प्यार सहित उच्चारण करो जी वाहिगुरु जी का खालसा वाहिगुरु जी की फतेह। असीं श्री गुरु ग्रंथ साहिब जी की पवित्र गुरबाणी विच मौत के संबंध विच अनेकां अमृत बचन पढ़ने का उंज संसारी तौर ते जिस दे घर विच खुशी की गल होवे उत्थे लोग गमी की गल नहीं शुरू करते। मैं लव इस संसारी वरत रहा। मान लो बच्चे की शादी होवे जे उस वक्त खुशी दे नाद धुना गूंज रही ने कदी मरियां दी कोई उदाहरण नहीं देगा मरियां दा कदी कोई जिक्र नहीं करेगा कहेगा कि खुशी दा वेला है ते तुसी उदाहरणा दे रहे हो मरियां दी इस खुशी दे वेले तुसी क्यों जिक्र करते हो। दूजी मैं बेनती करा
ਕਿਸੇ ਘਰ ਵਿੱਚ ਮੌਤ ਹੋ ਗਈ ਹੋਵੇ ਤੇ ਜੇਕਰ ਉਸ ਮੌਤ ਵੇਲੇ ਬੰਦਾ ਵਿਆਹ ਦੀਆਂ ਗੱਲਾਂ ਕਰੇ ਤੇ ਘਰ ਵਾਲੇ ਬੜਾ ਮਹਿਸੂਸ ਕਰਨਗੇ ਕਿ ਸਾਡੇ ਘਰ ਮੌਤ ਹੋ ਚੁੱਕੀ ਹੈ ਤੇ ਇਹ ਬੰਦੇ ਜਿਹੜੇ ਨੇ ਸਾਡੀ ਇਸ ਮੌਤ ਵਿੱਚ ਵੀ ਵਿਆਹ ਦੀਆਂ ਗੱਲਾਂ ਕਰੀ ਜਾਂਦੇ ਨੇ। ਮੈਂ ਆਪ ਦਾ ਧਿਆਨ ਬਾਣੀ ਵੱਲ ਜਾਣਾ ਚਾਹੁੰਦਾ। ਇਹਦਾ ਮਤਲਬ ਖੁਸ਼ੀ ਵਿੱਚ ਕੋਈ ਗਮੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅੱਤ ਦੀ ਗਮੀ ਦੇ ਵਿੱਚ ਕੋਈ ਖੁਸ਼ੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਕਿਉਂਕਿ ਅੰਦਰ ਦੀ ਸੁਰਤ ਉਸੇ ਪੱਧਰ ਤੇ ਟਿਕੀ ਹੁੰਦੀ ਹੈ। ਪਰ ਗੁਰੂ ਘਰ ਵਿੱਚ ਇੱਕ ਵਿਲੱਖਣਤਾ ਹੈ। ਆਪ ਰੋਜ਼ ਰਾਤ ਨੂੰ ਸੌਣ ਲੱਗਿਆਂ, ਕਿਉਂਕਿ ਮੈਂ ਉਹਨਾਂ ਗੁਰਸਿੱਖਾਂ ਦਾ ਜ਼ਿਕਰ ਕਰਨਾ, ਭਾਵਾਂ ਕਿ ਮੈਂ ਕੱਲ ਵੀ ਪਟੇਲ ਨਗਰ ਇੱਕ ਬੇਨਤੀ ਕੀਤੀ ਸੀ। ਇਤਿਹਾਸ ਉਹੀ ਹੈ ਜੋ ਹਰ ਸਾਲ ਆਪਾਂ ਸਾਖੀਆਂ ਸੁਣਾਉਂਦੇ ਹਾਂ, ਹਰ ਸਾਲ ਹਰ ਰੋਜ਼ ਸੁਣਾਉਣ ਤੇ ਸੁਣਦੇ ਬਾਵਜੂਦ ਕਦੀ ਫਿੱਕਾਪਨ ਨਹੀਂ ਆਉਂਦਾ, ਕਿਉਂਕਿ ਇਹ ਉਹਨਾਂ ਦੀ ਤਵਾਰੀਖ ਹੈ ਜਿਹੜੇ ਸਰੀਰਕ ਤੌਰ ਤੇ ਨਹੀਂ, ਜਿਹੜੇ ਰੂਹਾਨੀ ਤੌਰ ਤੇ ਸੰਸਾਰ ਵੀ ਜੀ ਕੇ ਗਏ। ਇਹ ਸੁਬਾਹ ਵੀ ਕਥਾ ਵਿੱਚ ਮੈਂ ਅਰਜ਼ ਕਰਾਂਗਾ। ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ, ਅਸੀਂ ਕਦੀ, ਮੈਂ ਅਰਜ਼ ਕੀਤੀ, ਮੌਤ ਵਿੱਚ ਵਿਆਹ ਦੀ ਗੱਲ ਨਹੀਂ ਕਰਾਂਗੇ ਤੇ ਵਿਆਹ ਵਿੱਚ ਮੌਤ ਦੀ ਗੱਲ ਨਹੀਂ ਕਰਾਂਗੇ। ਪਰ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਪਣੀ ਬਾਣੀ ਵਿੱਚ ਗੱਲ ਮੌਤ ਦੀ ਕੀਤੀ ਤੇ ਉਦਾਹਰਨਾਂ ਸਾਰੀਆਂ ਵਿਆਹ ਦੀਆਂ ਦਿੱਤੀਆਂ। ਇਸ ਨੁਕਤੇ ਨੂੰ ਸੁਣਿਓ ਜੋ ਬੇਨਤੀ ਕਰਨ ਲੱਗਾ। ਮਹਾਰਾਜ ਨੇ ਗੱਲ ਮੌਤ ਦੀ ਕੀਤੀ, ਉਦਾਹਰਨਾਂ ਵਿਆਹ ਦੀਆਂ ਖੁਸ਼ੀ ਦੀਆਂ ਦਿੱਤੀਆਂ। ਤੇ ਇਹ ਸ਼ਬਦ ਸਾਰੇ ਸਿੱਖ ਰੋਜ਼ ਪੜ੍ਹਦੇ ਨੇ, ਜਿਹਨੂੰ ਆਪ ਜੀ ਸੋਹਿਲਾ ਸਾਹਿਬ ਕਹਿੰਦੇ ਹੋ। ਭਾਈ ਗੁਰਦਾਸ ਸਾਹਿਬ ਨੇ ਇਹਦੇ ਲਈ ਇੱਕ ਸ਼ਬਦ ਵਰਤਿਆ, ਕੀਰਤ ਸੋਹਿਲਾ। ਆਮ ਤੌਰ ਤੇ ਅਸੀਂ ਕਹਿੰਦੇ ਆ ਕੀਰਤਨ ਸੋਹਿਲਾ, ਗੁਟਕਿਆਂ 'ਚ ਕੀਰਤਨ ਸੋਹਿਲਾ ਲਿਖਿਆ ਹੁੰਦਾ ਹੈ, ਪਰ ਗੁਰਬਾਣੀ ਵਿੱਚ ਇਹਦਾ ਸਰਲੇਖ ਹੈ ਸੋਹਿਲਾ। ਇਹਦਾ ਮਤਲਬ ਖੁਸ਼ੀ ਦਾ ਗੀਤ। ਇੱਕ ਸੋਹਿਲਾ ਆਉਂਦਾ ਹੈ, ਇੱਕ ਸੋਹਲੇ ਆਉਂਦੇ ਨੇ। ਜਦੋਂ ਮਾਰੂ ਰਾਗ ਪੜ੍ਹਨੇ ਆ ਨਾ, ਉੱਥੇ ਸੋਹਲੇ ਆਉਂਦੇ ਨੇ। ਸੱਸੇ ਤੇ ਹੋੜਾ ਲੱਲਾ ਖਾਹੇ ਨੂੰ ਫਿਰ ਲਾ ਸੋਹਲੇ, ਉਹ ਸੋਹਲੇ ਨਹੀਂ। ਇੱਥੇ ਸੱਸਾਂ ਖਾਹੇ ਨੂੰ ਸਿਹਾਰੀ, ਲੱਲੇ ਨੂੰ ਕੰਨਾ ਸੋਹੇਲਾ, ਸੋਹਲਾ ਵੀ ਨਹੀਂ, ਉਹ ਸੋਹਲੇ ਹੈ, ਉਹ ਗਿਣਤੀ ਨਾਲ ਰਿਲੇਟਡ ਹੈ। ਜਦੋਂ ਮਾਰੂ ਸੋਹਲੇ ਆਉਂਦੇ ਨੇ, ਇਹਦੇ ਜਿਵੇਂ ਆਪ ਪੜ੍ਹਦੇ ਹੋ ਅਸ਼ਟਪਦੀ, ਚੌਪਦੇ, ਦੋ ਪਦੇ, ਤੇ ਪਦੇ, ਇਸੇ ਤਰ੍ਹਾਂ ਜਿਹੜਾ ਸ਼ਬਦ ਸੋਹਿਲਾਹਾ ਆਉਂਦਾ ਹੈ, ਉਹਦਾ ਅਰਥ ਹੈ ਕਿ ਜਿਹੜਾ ਸ਼ਬਦ ਤੁਸੀਂ ਪੜ੍ਹਨ ਲੱਗੇ ਹੋ ਇਹਦੇ 16 ਪਦੇ ਨੇ। ਉੱਥੇ ਸ਼ਬਦ 16 ਲਿਖੇ, ਸੋ ਲਿਖੇ। ਹੁਣ ਜਦੋਂ ਅਸੀਂ ਇਹ ਪਾਠ ਕਰਨੇ ਆ ਸੋਹਿਲਾ, ਸੋਹਿਲੇ ਦਾ ਲਫ਼ਜ਼ੀ ਅਰਥ ਹੈ ਮੰਗਲਮਈ ਗੀਤ, ਖੁਸ਼ੀ ਵਾਲਾ ਗੀਤ। ਤੇ ਇਸ ਦਾ ਪਾਠ ਸਾਡੀ ਮਰਿਆਦਾ ਅਨੁਸਾਰ, ਸਾਡੀ ਮਰਿਆਦਾ ਦਾ ਮਤਲਬ ਗੁਰਸਿੱਖੀ ਦੀ ਮਰਿਆਦਾ ਅਨੁਸਾਰ, ਇਹਦਾ ਪਾਠ ਨੂੰ ਨੇਮ ਨੂੰ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ। ਭਾਵਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸੇਵਾ ਕਰਦਿਆਂ ਵੀ ਅਸੀਂ ਇਹ ਪਾਠ ਕਰਨੇ, ਪਰ ਸਾਡੀ ਮਰਿਆਦਾ ਵਿੱਚ ਜੋ ਨਿੱਜੀ ਜੀਵਨ ਸਾਡਾ ਹੈ, ਬਾਕੀ ਪਾਠ ਨਿਰਧਾਰਿਤ ਹੈ ਕਿ ਇਹ ਬਾਣੀਆਂ ਦਾ ਪਾਠ ਤੁਸੀਂ ਅੰਮ੍ਰਿਤ ਵੇਲੇ ਕਰਨਾ, ਇਸ ਬਾਣੀ ਦਾ ਪਾਠ ਤੁਸੀਂ ਰਾਤ ਸੰਧਿਆ ਵੇਲੇ ਕਰਨਾ, ਤੇ ਇਸ ਬਾਣੀ ਦਾ ਪਾਠ ਤੁਸੀਂ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ। ਦਾਸ ਪਿਛਲੇ ਦਿਨੀ ਮੈਂ ਕੱਲ ਵੀ ਅਰਜ਼ ਕੀਤੀ, ਔਰੰਗਾਬਾਦ ਸਾਂ ਤੇ ਉੱਥੇ ਇੱਕ ਵਿਸ਼ਾ ਦਿੱਤਾ ਗਿਆ ਇੱਕ ਕਥਾ ਦਾ ਕਿ ਅੰਮ੍ਰਿਤ ਵੇਲਾ। ਮੇਰੇ ਮਨ ਚ ਉਦੋਂ ਆਇਆ ਕਿੱਡੀ ਵੱਡੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ ਗੁਰਬਾਣੀ ਚ। ਮੈਨੂੰ ਪਤਾ ਹੈ ਕਿ ਵਿਆਖਿਆ ਕਰਨ ਵਾਲੇ ਸ਼ਬਦਾਂ ਦੀ ਕਲਾਕਾਰੀ ਐਸੀ ਖੇਡਦੇ ਆ ਕਿ ਇੱਕ ਸਮੇਂ ਦੀ ਥਾਂ ਉਹ ਕਹਿੰਦੇ ਨੇ ਸਾਰੇ ਵੇਲੇ ਹੀ ਅੰਮ੍ਰਿਤ ਨੇ। ਇਹ ਸੁਣਨ ਨੂੰ ਮਿਲਦਾ। ਪਰ ਮੈਂ ਜਦੋਂ ਪਾਠ ਕਰਨਾ, ਬਾਣੀ ਅਸੀਂ ਪੜ੍ਹਨੇ ਆ, ਗੁਰੂ ਸਾਹਿਬ ਨੇ ਬਕਾਇਦਾ ਵੇਲਿਆਂ ਦਾ ਜ਼ਿਕਰ ਕੀਤਾ। ਇੱਕ ਬਾਣੀ ਸ਼ਬਦ ਹੁੰਦਾ ਚਲਾਗੇ, ਚਾਲਾਂਗੇ ਉੱਠ ਨਾਮ ਜਪ। ਇਹਦਾ ਅਰਥ ਹੈ ਕਿ ਦਿਨ ਚੜ੍ਹਨ ਤੋਂ ਪਹਿਲਾਂ ਦਾ ਸਮਾਂ। ਉਂਝ ਵੈਸੇ ਅੰਮ੍ਰਿਤ ਵੇਲਾ ਅੱਜ ਕੱਲ੍ਹ ਇਹ ਕਿਹਾ ਜਾਂਦਾ ਜੀ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਗੁਰਮੁਖੋ ਯਾਦ ਰੱਖਿਓ, ਪਿਛਲ ਪੈਰ ਦਾ ਮਤਲਬ ਕਿ ਦਿਨ ਤੇ ਚੜਾਓ ਤੋਂ ਪਹਿਲਾਂ ਇਉਂ ਸ਼ਬਦ ਵਰਤਾਂ ਕਿ ਪੋਹ ਫਟਾਲਾ ਹੋਣ ਤੋਂ ਪਹਿਲਾਂ ਜਿਹੜੇ 3 ਘੰਟੇ ਦਾ ਸਮਾਂ ਹੈ ਉਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਆ।
इस घड़ी नाल तुसीं नहीं माप सकोगे। हरमंदर साहिब की मर्यादा गुरु अर्जुन देव ने आप निश्चित की। यही कारण कि उत्थे गर्मी ते सर्दी दे प्रकाश का टाइम चेंज हुंदा है। अमृत वेले का अर्थ है कि पोह फुटाला, लो नहीं, सूरज नहीं, पोह फुटाला होने तो पहला जिहड़े 3 घंटे ने, क्योंकि 3 घंटिया का एक पैर हुंदा है, उस तो पहला जिहड़े 3 घंटे ने सी उहनूं अमृत वेला कहने। एक होर बेनती, दावा नहीं पर जिन्ने को मैं स्टडी करन दा यतन किया, गुरु नानक साहब तो पहला वेले नाल कदी किसी ने शब्द अमृत लाया ही नहीं। प्रभात है, चा लागे है, जा पिछल पैर है, चौथा पैर सभा के है, पर याद रखो वेले नाल अमृत शब्द केवल गुरु नानक साहब ने लाया है। गुरु नानक साहब तो पहला कदी किसी ने शब्द की वरतों की ही नहीं। अमृत वेला शब्द सिर्फ गुरु नानक साहब का है जी। ते खास करके जपजी साहब की वो चौथी पौड़ी जिसनों असी पाठ करने हैं, उस विच महाराज जी ने एक बख्शिश की। पाठ मैं करांगा तुहानूं सब नूं चेते। उस विच 2 गल्लां बड़ियां बख्शिश भरियां, वैसे तो सारी बाणी बख्शिश भरी, जिद्दे समझ पै जाए। 2 बचन ने। पुरातन समय किसे वड्डे बंदे नूं रिजाण दे लई 2 काम कीते जांदे सन। अज भी कुछ ही काम हुंदा है, जां तां ओहनूं कोई तोहफा गिफ्ट दिता जांदा सी, ते जिस कोल कुछ नहीं सी हुंदा फिर ओहदे बूहे ते खलो के ओहदी सिफत विच ओह बोल बोलदा सी, ओहदी वडियाई करदा सी। अज भी याद रखो, जदों बंदा किसी दी थोड़ी जी सिफत करदा है, ओहदा अंदर बिल्कुल चेंज हो जांदा है। जां गिफ्ट ते जां सिफत। महाराज दे उत्ते शब्द वरत्या, परमात्मा जी असी तेरे दर ते झोलियां अड्ड के मंगने, बस मैनू एक गल दसो, मैं केड़ी वस्तु केड़ी भेटा तुहाडे चरनां च रखां, तुसी मुहब्बत करन लग पवो, जां तेरे दरबार दे दर्शन हो जाण। ते दूजी गल मैनू ये दस दिओ, मैं जबान तो केड़े बोल बोलां जेड़े बोल बोलन दे नाल तेरी मेरी सांझ बन जाए। हाला महाराज ने पहला क्लीयर कर दिता बोल केड़े। ये पौड़ी है, साचा साहिब साच नाए। ये फिर सुनियो पाठ, साचा साहिब, ये साहब नहीं पाठ करना, खाहे नू लगी सियारी हर हालत च बोलनी है। पाठ साहिब है, साचा साहिब, साहिब दा अर्थ मालक, साच नाए। हुण इत्थे मैं पाठ किया नाए, इत्थे तुसी एक पाठ अगे करदे हो, तीर्थ नावा जे तिस भावा विण भाणे के नाए। उथे हलंत हा बोलने, स्पैलिंग इको है। इत्थे पाठ है नाए, उथे है नाए। नाए दा अर्थ नहाउणा। साचा साहिब साच नाए, परमात्मा आप सच है, ते नाए दा अर्थ ओदा नामना, ओदी वडियाई, ओदा इंसाफ भी सच है। साचा साहिब साच नाए, भाख्या भाओ अपार। उसकी बोली भाख्या दर्थ लफ्जी वैसे बोली करने ना, ओदी बोली प्रेम है। अपार दर्थ जिदा पार वाला बनना कोई नहीं। साचा साहिब साच नाए, भाख्या भाओ अपार आख है, असी आखने आ मंग है। हाय नू सिहारी, चलो मैं कोई शुद्ध उच्चारण नहीं कह रहा, पर जेड़ा पाठ रोज करीदा, आख है, मंग है, देह देह दे दे नहीं, हाय नू सिहारी है। आख है, मंग है, देह देह, दात करे दातार, फिर के कक्के नू सिहारी, ये ला नहीं के नहीं करना। फिर के अगे रखिए, जित दिसै दरबार। असी मंगने आ, तुसी दातां देंदे हो। हुण सानू ए दस परमात्मा देण वाला तू है, केड़ी चीज तेरे सामने रखां जिदे नाल तेरी मेरी सांझ बन जाए। फिर के अगे रखिए, जित दिसै दरबार। मोह के बोलन बोलीए, मुंह तो केड़े बोल बोला। जित सुन धरे प्यार, जिन्नू सुन के तुसी मुहब्बत करो। महाराज ने बड़े कमाल का उत्तर दिता। यूं समझो कि साडे भी सवाल वही ने कि रब जी केड़ी चीज नाल खुश होणगे, परमात्मा नाल केड़े बोल बोलीए, केड़े शब्द बोलीए। महाराज ने इको गल च उत्तर दे दिता कि फिर के अगे रखी है, जित दिसै दरबार।
मोह के बोलन बोलिया जित सो धरे प्यार, अमृत वेला सच नाओ। बस आ एक काम कर, आ भेटा है, आ बोल ने, जिन्हों रब ये दात दे देता है परमात्मा उहदे ते प्रसन्न है। फिर अर्ज सुनियो, अमृत वेला सच नाओ, अमृत वेले। फिर मैं अर्ज करांगा इत्थे बिल्कुल मैं ये अर्थ नहीं करांगा भी हर वेले ही अमृत हुंदा है। मैनूं पता है जेडे आलसी वैगुरू निंदिया नहीं उठ नहीं सकते ना, उन्हें कहना जी कोई नहीं सारे वेले ही अमृत ने, पर वो 8 वजे भी कभी नितनेम नहीं करते हुंदे। लोगों को भरमाई जाणगे सारे वेले अमृत ने, अद्धे बंदे नेम छड्ड के बह जाणगे आप वो करनगे नहीं। इत्थे वेखो महाराज ने शब्द वरते, अमृत वेला सच नौ वडियाई विचार, करमी आवे कपड़ा। मैं ये क्यों तुक लई क्यों पौड़ी लई, मैं आउणा शहीदी ते है कि अज असीं उन्हां नूं याद कर लगे हाँ। याद रखो इस वेले 10 नवंबर 1675 नूं लोकां दी भीड़ तमाशबीनां दी घर जा चुकी सी, पर सड़े हुए ते कट्टे हुए उबले हुए शरीर चौंक विच पए हुए सन। अज दे दिन वाहिगुरू इस वेले सुनो मेरी बेनती, तुसी बहुत टिका बनाया। हुण इत्थे महाराज कहंदे ने अमृत वेला सच नौ वडियाई विचार, करमी आवे कपड़ा। ਇਹਦੇ अर्थ कुछ गुरमुख करते आ कि ते करमी दा अर्थ करते ने कर्म। फिर सुनियो, करमी दा अर्थ कर्म, तेरे कर्मा करके शरीर कपड़ा मिलिया है। मैं थोड़े जिहा हट के अर्थ करने ने, कर्मा करके कपड़ा मिलिया ते नदरी मोख द्वार, जे ओदी नदर होगी ते मुक्ति दा दर मिलेगा। पर पता नहीं छेती गल गले तो उतर नहीं सी रही। कर्मी आवे कपड़ा, शरीर रूपी कपड़ा कर्मां नाल मिलिया नहीं। प्यारिओ चेते रखियो, कर्मां नाल शरीर नहीं मिलता, किरपा नाल ही शरीर मिलता है। तुमरी किरपा ते मानुख दे पाई है, दुलभ दे पाई वडभागी। कबीर मानस जन्म दुलभ है, मानस जन्म दुलभ गुरमुख पाया। यह है ही नहीं कि कर्मां नाल मिलदी होवे। इहदे अर्थ इउं करिए, यह कर्मी शब्द संस्कृत की थां इनू फारसी दे शब्द विच वेखिए कि करमी आवे कपड़ा। परमात्मा तेरी बख्शिश नाल शरीर कपड़ा मिलिया है, ते सच एवे जे तेरी नदर होवेगी इन्हें सफल होना, अपने कर्मां नाल सफल नहीं होना। फिर सुनो, किरत कर्म के कर्मां नाल विछोड़े पैंदे आ, कर्मां नाल थोड़ा दे ही मिल गई केवल। हुण आपां कहांगे जी ये तां फिर किसी तुक पढ़ने, गुर सेवा ते भगत कमाई तब ए मानस दे। मैनूं पता नहीं भी मन च फुरने उठणगे भी ये कह दिता भी कर्म ते बाणी तां कह रही है गुर सेवा ते भगत कमाई तब ए मानस दे पाई। आम अर्थ करदे आ गुरु दी सेवा कीती इस तरह ना जी, ते भगती कीती तां दे मिली नहीं। महाराज ये कह रहे आ कि बंदिया तू है इंसान, तेनू मनुष्य कहंदे आ, मनुख कहंदे आ। पर याद रखी, जे गुरु की सेवा ते परमात्मा दी भगती करेगा तां ही तू मनुख है। जे भगती ते सेवा ना कीती फिर करतूत पशु की मानस जात। फिर सुनो, गुर सेवा ते भगत कमाई। अगर गुरु की सेवा प्रभु की भक्ति करेगा तब ये मानस दे पाई। फिर समझांगे तू दे भी सफल होके गए, जे भगती ते सेवा नहीं की फिर सफलता नहीं। शब्द एक एक बड़ा डूंघाई चल जाता है। मैं बेनती करांगा, करमी आवे कपड़ा नदरी मुख द्वार। देखो अमृत वेले दी साडी बाणी निर्धारित है कि अमृत वेले बाणी पढ़ो। जदों रहरास साहिब दा पाठ करने उत्थे क्या गया जी, सोरी शिव दे वेले। उंज ऐस धरती ते इक्को वेले इक्को समय सारी मर्यादा नहीं निभाई जाती। फिर ध्यान नाल सुनियो, इत्थे हुण सोदर रहरास साहिब दा पाठ हो चुका है, भाई साहब चौंकी लग चुकी है, पहला पैर निकल चुका है रात दा। पर इस वेले आप जी अमेरिका देखोगे आशा दीवार का कीर्तन हो रहा है। इस तरह है ना जी, जे आप देखांगे। पर उंज मैं एक दिन मंजी साहब कहा सी कि गुरसिखो एक गल चेते रखियो, इस धरती ते कोई समा ऐसा नहीं आउंदा जदों 8 पैरां विच गुरु ग्रंथ साहिब का प्रकाश ना होया होवे। इस धरती ते 8 पैर 24 घंटे। कमाल दी गल, कोई घड़ी इस प्लैनेट ते ऐसी नहीं जदों बाबे दी बाणी दा कीर्तन ना होवे। तुसीं सोखे सन करदे होगे पश्चिम विच कीर्तन शुरू हुंदा होवेगा,
फिर सुनो, पश्चिम के मुल्कों च सुख आसन करनगे, इत्थे कीर्तन शुरू हो जाएगा। उत्थे जी रात नूं सौन लग्या क्या बाणी पढ़नी, सोहला रात नूं सौन लग्या पढ़ना है। उंज फिर मन चाहुंदा है जी एक कीर्तन सोहला किवें हो गया, कई टोक भी देंदे आ ना कीर्तन सोहला, पर इन्ना भी नहीं चोखा भर जाना चाहिए। कीर्त सोहला भाई साहब ने शब्द वरत्या। पुराने समय की सी जी, अज भी तुहाडे इस अस्थानां ते ना जी, इतिहासक स्थानां ते इतिहास की कथा रहरास साहब तो पहला हुंदी है ना जी, पहले हुंदी है। फिर उस वक्त इतिहास की कथा पहला होनी ते संगत कहती सी चलो चलिए सोदर दे पाठ तो बाद नाले कीर्तन सुनावांगे नाले सोहला सुनावांगे, दोनों शब्द कट्ठे वरतींदे रहे, कीर्तन सोहला। हुण जदों उत्थे कहा गया जी इस बाणी का पाठ रात नूं सौन लग्या करना, इहदे कई कारण ने। गुरबाणी कहती है रात नूं सौन लग्या पाठ करके सौ, रात नूं सौन लग्या वैगुरु वैगुरु जपदा सौ, क्योंकि मनोविज्ञान कहता है जिस चीज नूं रात नूं चेते करके बोल के सोच के सवोंगे, सच एवे कि बॉडी उत्ते मन दियां तरंगां उस सोच नाल काम करी जाणगी। तां ही बाणी ने क्या सौंदे वाह वाह उचरे, उठदे पी वाह करें। जेड़े सौंदियां वाह गुरु कह गए, उठ के भी वाहगुरु बोलणगे। जिन्हों बाबा जी कहते ने पहला पैर है फुलड़ा, जिन्हां ने पहला पैर बंदगी का तैयार कर लिया, पिछल पैर उन्हां लई फल भी पछा रात, फुल ही फल तक पहुंचता है। जिहड़ा पहला पैर सांभदा है अमृत वेले रस भी उहदा बनदा है। जिहड़ी अर्ज कर लगा सोहला साहब रात नूं सौन लग्या पढ़िया जाता है। उंज वैसे जदों प्राणी चढ़ाई करदा है उन्होंने चिखा ते लटा के सोहला पढ़िया जाता है। इस तरह है ना जी, पढ़िया दोनों वेले लेटन वेले ही जाता जे, सच है वे। रात नूं भी लेटन लग्या पढ़िया जाता है, चिखा ते पक्का लेटन लग्या पढ़िया जाता है। क्योंकि ये कहते ने विद्वान कि नींद एक छोटी मौत है ते मौत एक बड़ी वड्डी नींद है। मैनू किसी दे वचन पढ़न नूं मिले तो मैं कहता गुरु ग्रंथ साहिब शब्द वरते कि कबीर सोता क्या करें उठ के ना जपे मुरार, एक दिन सोवन होए गो लांबे गोड़ पसार। ये छोटी मौत ओ लंबी नींद है। अर्ज जड़ी कर लगा हुण रात नूं सौन लग्या कदी कोई मौत चेते करदा है? सच्ची जे न्याणे मौत की गल करनगे आपां कहां कोई होर गल करो, पर गुरमुखो याद रखियो रात नूं सौन लग्या सोहला साहिब दा पाठ कर लग्या, जिस मौत नूं लोक डर कहंदे उन्हें तुसीं प्रमाण दिता कबीर मोए मरने का। ओ प्यारिओ मौत लई तां डर हुंदा, चाह थोड़ा हुंदा है। गुरबाणी ने वक्री गल कर दित्ती। हुण इत्थे महाराज जिहड़े शब्द वरतन लगे आ कि सोहला साहिब दा पाठ करना है, रात नूं गुरदेव मौत चेते करांदे आ, पर मौत नूं विआह दी रस्म विच चेते करांदे पए। फिर ध्यान नाल सुनो, मैं क्या विआह विच कदी कोई मौत दी गल नहीं करदा, मौत विच विआह दी गल नहीं कीती जांदी, पर इस शब्द विच गल मौत दी कीती जा रही है ते उदाहरण विआह दी दित्ती जा रही है। सिर्फ आ चार तुकां पढ़ो महाराज दियां तुकां ने। संबत साहा लिखिया, सुनो गुरमुखो ये सारिया विआह दियां उदाहरणां ने, मौत दी ते है ही नहीं। संबत साहा लिखिया मिलकर पावो तेल, दियो सज्जन आसीसड़ियां ज्यों होवे साहिब स्यों मेल, घर घर एक हो पहुंचा, घर घर एक हो पहुंचा, सदड़े नित पवन सदन खारा सिमरिया नानक से देह आवन। क्योंकि थोड़ी जी तुसी प्रमाण खीर ते मौत दे लाए, मैं तां उधर चल पिया। देखो संबत की है, संबत दा अर्थ है साल। अगला शब्द है साहा, साह तुसी सारे जानते हो, साह दा अर्थ है ओ डेट ओ तरीक जिस दिन विआह कीता जाना है। हुण सुनो उदाहरण सारी विआह दी ते भाव अर्थ मौत दा। कैसी कमाल दी गल, अज तक लोकां वास्ते मौत वैन, लोकां वास्ते मौत रुदन, लोकां वास्ते मौत स्यापा है, पर गुरु नानक साहब दे घर च इन्नी उच्ची सुर दिती गई, उहदे लई भी मौत इस तरह जिवें विआह दी खुशी हुंदी है। उत्थे विआह दी उदाहरण है। संबत दा अर्थ साल, साह दा अर्थ विआह वाला दिन।
लिखिया महाराज कितने मुकर्रर रखे, मिलकर पावो तेल। ये एक रस्म अगे हुंदी सी। मैं सारी बाणी च पढ़न का यतन किया जी, तेल की रस्म का जिक्र तो है पर मेहंदी की रस्म का किते जिक्र नहीं। जेडे साडे लोग हुण तां थोड़ा जिहा मैं एक बेनती कर दियां जी, ये एक शब्द पंजाबी च वरदे सन, ये किहड़ा बंदा है ना इहनूं तिन्नां च कोई जानदा ना 13 च कहंदे सन। मैं एक दिन कहा सी इहदे अर्थ सन, तिन्नां दा मतलब सी विआह 3 दिन हुंदा सी जी। चलो कुड़माई होनी पहले ही, विआह तो पहला कुड़माई, 3 दिन विआह हुंदा सी। एक बरात तो पहलां दी रोटी, एक बरात वाला दिन ते तीजा मकलावा। 3 दिन सन जी साडे पिछोकड़। 3 दिन 13 कहंदे हुंदे सन मरे होए लई, तेरिया करदे सन। उंज अपने जी तेरिया करदे रहे लोग, अपने दशहरे का जिक्र किया जाता 10 दिन, वह भी मर्यादा च लिखिया, घट वध हो सकते हैं, भरम नहीं करना। हुण वह की सी जी, विआह 3 दिन हुंदा सी ते मृतक की गल जिहड़ी सी वह 13 दिन हुंदी सी। हुण काम उल्टा हो गया जे, मौत 3 दिनां च निबेड़ दिंदे आ, विआह 13 दिनां च लै जांदे आ। इस तरह है ना जी, अज मेहंदी है जी, अज चुन्नी है जी, अज रिंग सरमनी है। आपां कहने सारी अपना लेने, रिंग सरमनी आपां चर्च वाले खुश कर लेने, चुन्नी आपां मुसलमान खुश कर लेने। इस तरह है ना जी, आ सारे प्रसन्न करने, आपां जयमाला भी पा देनी। मैं जी तुहानूं बेनती कर लगा, इत्थे जिहड़ा मिल कर पावो तेल, ये मर्यादा नहीं, ये रस्म है। फिर ध्यान रखियो, मर्यादा ते रस्मां 'च फर्क हुंदा है। ये की है जी, आप रोज पाठ करते, विआह वेले विआह तो पहला बच्ची नूं माईए पाया जांदा सी। शायद ये शब्द चेते होवे, तेल पाउणी भी कहंदे, माईए पाया जांदा सी। उस दिन ओहदे केशां च तेल पांदियां सन बीबियां, उह च बंदा कोई शमूलीयत नहीं सी करदा। मां भैणां चाचियां ताईयां मासियां सहेलियां ओहदे केशां च तेल पाना। ते गुरु नानक साहब कहंदे ने उस वक्त 2 तरह का माहौल हुंदा सी। जदों तेल पाना केसां च ते उन्हां ने खुशी दे गीत गाउणे, जदों तेल पा के केस करके ओदी गुत करनी जां केसां नूं गुंदना, उस वक्त सब ने रो पैना। 2 तरह का माहौल सी। खुशी इस गल दी सी कि धीए तू अपने साईं दे घर चली है, अज तेरे केसां च तेल पै गया, तेरी शुरू हो गई विआह दी रीत। पर रोना इस करके सी कि जिस घर च इन्ने साल बतीत किते, मां बाप भैन भरा हर चीज नूं क्या मेरी धीए अज शुरुआत हो गई है, डोली उठ गई ते दोबारा प्राहुणी बन के आएगी, अज वाला हक नहीं हो रहना। ये 2 तरह का बैराग सी। गुरु साहब ने कैसी बख्शिश की। संबत साहा लिखिया, मिलकर पावो तेल, ए विआह देव सज्जन असीसड़ियां जो होवे साहिब स्यों मेल। मेरा साई नाल, मेरा पति नाल मिलाप हो जाए। महाराज कहंदे घर घर एक हो। मैं एक बेनती करांगा, इहदा पाठ जो सानू कराया गया वो पहुंचा कराया है, पहुंचा नहीं। पहुंचा दा अर्थ है पोचा होना, जिन्हों असीं साए चिट्ठी कहने हैं। पहुंचा, घर घर एक हो पहुंचा। जिन्ने शरीर घर ने, सारे शरीर घरां दे विच साई चिट्ठी रब ने जन्म वेली फिट कर दी। महाराज कहंदे घर घर एक हो पहुंचा, सदड़े नित पवन लोको बाहर देखो, रोज सद्दे पैंदे पए ने। ते फिर सद्दे पै रहे ने, एक काम करो, सद्दन खारा सिमरिए, सद्दन वाले नूं चेते करो, नानक से देह आवन। ओ माबा जी कहंदे ने सद्दन वाले नूं चेते करो ते नाले तुहाडा नहीं, मेरा भी दिन आउंदा पिया है। ये सन विआह दी उदाहरण। इहदा भाव अर्थ की है, जिवें विआह दी तरीक, विआह दा महीना, विआह वाला दिन, असी इत्थों तक लावां ते डोली दा समा निर्धारित करने आ। बाबा जी कहंदे ने सिखा मनुखा, जिदन तेरी मौत होनी है, जन्म तो पहला तेरा साल मिथ्या गया है, संबत साहा। उस तो बाद तेरा दिन लिखिया होया है, तेरे दिन दा टाइम लिखिया होया है। इवन के इत्थों तक जिन्ने तू साह लेने ने रब ने गिनती करके पाए ने। पर एक गल फर्क ये वे कि बच्ची नूं पता है मेरा विआह रख दिता है, मेरी ये जिंदे, तेनू कोई पता नहीं कि कल ही तेरा साया आ जाना है, तेनू समझ कोई नहीं। पर लिखिया है मरण लिखाए मंडल में आए। संबत साहा लिखिया, मिलकर पावो तेल। जिमें पति कोल जान तो पहला
केसां च तेल पा के भैणो मतावो बीबियो तुसी असीसां दिंदियां जे हे सत संगियो मेरे कर्म इन्ने चंगे नहीं मैं साहिब नूं भा जावां मैनू असीस दिओ संगत विच मेरी मेरे वाहिगुरू नाल बण आवे मैनू कबूल कर ले। इहदा मैं तो अर्ज कर लगा उदाहरण विआह दी गल मौत दी मिलकर पावो तेल दिओ सज्जन असीसड़ियां जो होवे साहिब सो मेल घर घर एहो पहुंचा हर घर विच मौत दी चिट्ठी आ गई सदड़े नित पवन रोज सदे पै रहे ने सदन खारा सिमरिए नानक से देह आवन वो साडे ते दिन भी आउंदा पे। मैं एक गल आप नूं ये सुनाई कि मौत गमी नहीं केवल सच्ची मुच्ची मौत चाओ नाल भी संबंधित है कोई शक नहीं। अज दा दिन आओ थोड़ा जिहा उन्हां गुरसिखां विच जिन्हां नूं आपां याद पै करने सन्मानयोग भाई मती दास जी भाई साहब भाई सती दास जी भाई दयाला जी एक गल याद रखियो ये गुरसिख तिन्ने दे तिन्ने ये अज ए थोड़े समय दे सिख नहीं बने इन्हां दे खानदानी तौर ते सिख ने। दूजी गल ये सतगुरु दे तनख्वाहदार कोई बंदे नहीं ये रज्जे भुजे अमीर घरां दे बंदे ने। तीसरी गल कि इन्हां तिन्ना सिखां नूं तुसीं देखोगे मैं अज जदों ये वेख रहा सा मैं हैरान होया कि ये तां महाराज दे वेले होए शहीद पर इन्हां तिन्ना सिखां दे पूर्वज बजुर्ग जिहड़े ने गुरमुखो वो भी शहीद हुए ने। थोड़ा जिहा ध्यान दिया जे मैं आप जी नूं बेनती करनी चाहना। सब तो पहली गल भाई मती दास जी भाई सती दास जी भाई दयाला जी भाई जैता जी भाई नानू जी भाई उदा जी सारे सिखां दा बाबा वाहिगुरू गुरदित्ता जी भाई गुरदित्ता जी ये तीन सिख महाराज दे नाल आए। उंज कई बारी मन च आउंदा है शक नहीं गुरु तेग बहादुर साहब नाल भी 5 सिख आए सन जी गुरु अर्जुन देव जी नाल भी 5 गए सन। एक बारी मैं बेनती की सी पर उन्हां 5 चों शहीद नहीं सी कोई होया। इहदा मतलब भी उन्होंने मुंह नहीं फेरिया वो बेमुख नहीं होए पर शहीद हुकूमत ने केवल गुरु अर्जुन देव नूं कीता। अज गुरु अर्जुन देव दा पोता गुरु तेग बहादुर सच्चा पातशाह इस धरती ते आया ते उस दे नाल भी 5 सिख आए ने पर अज थोड़ी जी हिस्टरी बदल गई कि 5वें जामे गुरुदेव शहीद होए सिखा ने देखा अज गुरु तेग बहादुर पिंजरे च देखते पे ने ते सिख पहला शहीद हुंदे पे आ। मैनूं इंज लगदा है जिहड़ा 5वें जामे च गुरु ने तन ते खंडा के सबक सिखाया 9वें जामे च तिन्ने सिख उस सबक दी संत्या सुणांदे पे कि महाराज इस तरह वापरी। भाई साहब भाई मती दास भाई सती दास एक जिवें आपने पिछे तुक लाई जिस प्यारे स्योने तिस आगे मर चलीए गुरु अंगद देव जी का श्लोक है। ये पहला श्लोक है उन्होंने गुरु ग्रंथ साहिब 63 श्लोक ने वो वारां नाल ही आउंदे ने क्योंकि वखरी बाणियां पाठ करना पता है। पहला श्लोक गुरु अंगद देव दा जिस प्यारे स्योने हो तिस आगे मर चलीए त्रिग जीवन संसार ताकै पाछै जीवन। गुरु अंगद देव का 63वां श्लोक है। नानक दुनिया कियां वडियाइयां ये मैं तां जोड़न लगा केड़ी वडियाई है भाई मती दास नूं जिहड़ी हुकूमत नहीं देनी चाहती किते दोनों श्लोक कट्ठे करके अर्थ कर ली। पहला है जिस प्यारे नाल नेक है प्यार है उस तो अपने आप नूं कुर्बान कर दे वार दे। अखीरला श्लोक के नानक दुनिया कियां वडियाइयां अग्गी सेती जाल इन्नी जली नाम वसारिया एक ना चलिया नाल दुनिया दियां वडियाइयां फूक दे इन्हां चंदरियां सड़न जोगियां ने कदी किसी का साथ नहीं दिता। वेख फिर देखो गुरु तेग बहादुर साहब महाराज इत्थे हुंदे आ। मैं एक दो उदाहरण होर आप नूं देनी चाहना क्योंकि अज आपां सिखां नूं चेते करने। मैं ये नहीं किसे हालांकि हजरत ईसा साहब जिदन सूली ते चढ़दे आ आप नूं पता है अत दे नज़दीकी बंदे भी धोखा दे जाते हैं। चलो आप जिहड़ा महापुरुष है उहदी अपनी कमाई ये नहीं कि किसी नूं नीवा दिखा के अपने गुरु नूं उच्चा करो क्योंकि तुहाडा गुरु ही एडा उच्चा है उन्होंने किसी नाल
ਕੰਪੈਰੀਜ਼ਨ ਕਰਨ ਦੀ ਲੋੜ ਹੀ ਨਹੀਂ। ਇਹ ਗੱਲ ਯਾਦ ਰੱਖ ਕੇ ਤੁਰਿਓ। ਮੈਨੂੰ ਹੁੰਦਾ ਨਾ ਕਈ ਵਾਰੀ ਉਦਾਹਰਨਾਂ ਦਿੰਦੇ ਨੇ, ਬੁੱਧ ਵਰਗਾ ਜੀ, ਰਾਮ ਵਰਗੇ ਜੀ, ਫਲਾਣਾ ਵੀ। ਜਦੋਂ ਗੁਰੂ ਅਰਜਨ ਦੇਵ ਨੇ ਲਿਖ ਦਿੱਤਾ ਸਭ ਤੇ ਵੱਡਾ ਸਤਿਗੁਰ ਨਾਨਕ, ਬਸ ਮੇਰਾ ਖਿਆਲ ਹੈ ਅੱਗੋਂ ਚੋਖੀਆਂ ਕਿਤਾਬਾਂ ਫੋਲਣ ਦੀ ਲੋੜ ਹੀ ਨਹੀਂ, ਇਹਦੇ ਤੇ ਭਰੋਸਾ ਰੱਖੀ। ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਇਸ ਧਰਤੀ ਤੇ ਆਉਂਦੇ ਆ। ਭਾਈ ਮਤੀ ਦਾਸ, ਭਾਈ ਸਤੀ ਦਾਸ, ਇਹਨਾਂ ਦੇ ਸਨਮਾਨਯੋਗ ਪੜਦਾਦਾ ਨੇ ਭਾਈ ਪਿਰਾਗ ਦਾਸ। ਆਪ ਨੂੰ ਪਤਾ ਹੋਵੇ ਇਸ ਪਰਿਵਾਰ ਨੇ ਸਿੱਖੀ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਲਈ ਹੈ। ਭਾਈ ਪਿਰਾਗ ਦਾਸ, ਕਈਆਂ ਨੇ ਹੀਰਾ ਆਨੰਦ ਲਿਖਿਆ, ਕਈਆਂ ਨੇ ਹੀਰਾ ਮਲ ਲਿਖਿਆ। ਚਲੋ ਪਾਠ ਭੇਦ ਆਉਂਦਾ ਹੈ ਜੀ, ਇਹ ਨਾਵਾਂ 'ਚ ਫਰਕ। ਇਹਨਾਂ ਦੇ ਸਨਮਾਨਯੋਗ ਪੜਦਾਦਾ ਜੀ ਸ਼ਹੀਦ ਹੋਏ ਨੇ ਮੁਗਲਸ ਖਾਨ ਨਾਲ ਜੰਗ ਕਰਦਿਆਂ ਹੋਇਆਂ। ਇਹ ਮੈਂ ਤਾਂ ਕਿਹਾ ਇਹ ਗੁਰਸਿੱਖ ਐਵੇਂ ਨਹੀਂ, ਇਹਨਾਂ ਦੇ ਖੂਨ ਵਿੱਚ, ਇਹਨਾਂ ਦੀ ਰੱਤ ਵਿੱਚ, ਇਹਨਾਂ ਦੇ ਸਰੀਰ ਵਿੱਚ ਕਈ ਪੁਸ਼ਤਾਂ ਦੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪਿਆਰ ਭਰਿਆ ਹੋਇਆ। ਪਿਰਾਗ ਦਾਸ ਜੀ ਸ਼ਹੀਦ ਹੁੰਦੇ ਆ। ਇਹ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਸਖੀ ਦਾਸ, ਇਹ ਚਾਰ ਭਰਾ ਸਨ। ਮੈਂ ਬੇਨਤੀ ਕਰਾਂਗਾ ਇਹ ਦੋਨੋਂ ਭਰਾ ਇੱਥੇ ਆਉਂਦੇ ਆ। ਉਂਝ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਮਤੀ ਦਾਸ ਗੁਰ ਕੋ ਦੀਵਾਨ, ਸਿੱਖੀ ਮੈਂ ਪੂਰਨ ਪ੍ਰਮਾਣ। ਇਹ ਭਾਈ ਮਤੀ ਦਾਸ ਨੇ ਲਿਖਿਆ। ਕਹਿੰਦੇ ਨੇ ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਦੇ ਘਰ ਦੇ ਦੀਵਾਨ ਨੇ। ਮੈਂ ਥੋੜੀ ਤੁਹਾਨੂੰ ਬੇਨਤੀ ਕਰਦਾ, ਅੱਜ ਦੇ ਸੰਦਰਭ ਚ ਦੀਵਾਨ ਦੇ ਅਰਥ ਕਰੋ ਮੁੱਖ ਮੰਤਰੀ। ਇਸ ਤਰ੍ਹਾਂ ਕਰਨੇ ਪੈਣਗੇ ਕਿ ਭਾਈ ਮਤੀ ਦਾਸ ਮਹਾਰਾਜ ਦੇ ਇਹਨਾਂ ਬਾਰੇ ਲਿਖਿਆ ਜਾਂਦਾ। ਭਾਈ ਮਤੀ ਦਾਸ ਬਾਰੇ, ਮਤੀ ਦਾਸ ਗੁਰ ਕੋ ਦੀਵਾਨ, ਸਿੱਖੀ ਮੈਂ ਪੂਰਨ ਪ੍ਰਮਾਣ। ਜੇ ਕਿਸੇ ਨੇ ਸਿੱਖੀ ਵਿੱਚ ਪੂਰਨ ਪ੍ਰਮਾਣ ਕੋਈ ਦੇਖਣਾ ਹੈ ਤੇ ਭਾਈ ਮਤੀ ਦਾਸ ਨੂੰ ਦੇਖਿਓ, ਭਰਿਆ ਹੋਇਆ ਭਾਂਡਾ ਹੈ, ਇਹ ਪੂਰਨ ਹੈ। ਦੂਜੀ ਗੱਲ, ਗੁਰੂ ਤੇਗ ਬਹਾਦਰ ਸਾਹਿਬ ਇੱਕ ਸ਼ਬਦ ਵਰਤਦੇ ਆ ਭਾਈ ਮਤੀ ਦਾਸ ਲਈ ਸ਼ਹਾਦਤ ਤੋਂ ਪਹਿਲਾਂ। ਮਹਾਰਾਜ ਕਹਿੰਦੇ ਆ ਮਮ ਸਹਾਇਕ ਮਿੱਤਰ ਭਾਰੀ। ਫਿਰ ਸੁਣੋ, ਭਾਈ ਮਤੀ ਦਾਸ ਮੇਰਾ ਮਿੱਤਰ ਹੈ। ਭਾਈ ਮਤੀ ਦਾਸ ਸਾਡੇ ਘਰ ਦਾ ਸਹਾਇਤਾ ਕਰਨ ਵਾਲਾ ਹੈ। ਭਾਈ ਮਤੀ ਦਾਸ ਗੁਰੂ ਕੇ ਦੀਵਾਨ ਨੇ। ਉਸ ਤੋਂ ਬਾਅਦ ਭਾਈ ਦਇਆਲਾ ਜੀ ਇਹ ਘਰਬਾਰੀ ਨੇ। ਘਰਬਾਰੀ ਸ਼ਬਦ ਸਮਝਦੇ ਨਾ। ਗੁਰੂ ਤੇਗ ਬਹਾਦਰ ਦੀ ਗੈਰ ਹਾਜ਼ਰੀ ਵਿੱਚ ਪਰਿਵਾਰ ਦਾ ਜਿੰਨੇ ਪ੍ਰਬੰਧ ਕਰਨਾ ਉਹ ਭਾਈ ਦਇਆਲਾ ਜੀ ਨੇ। ਇਹਨਾਂ ਨੂੰ ਤੁਸੀਂ ਸ਼ਬਦ ਵਰਤ ਸਕਦੇ ਹੋ, ਗੁਰੂ ਘਰ ਦੇ ਗ੍ਰਹਿ ਮੰਤਰੀ ਨੇ। ਮੈਂ ਲਫ਼ਜ਼ ਵਰਤ ਰਿਹਾ ਕਿਉਂਕਿ ਪੁਰਾਣੇ ਨੇ ਨਾ ਜੀ। ਪਿਛਲੇ ਦਿਨੀ ਚਲੋ ਲਾਈਵ ਚੱਲ ਰਿਹਾ, ਆਸਟ੍ਰੇਲੀਆ ਕਥਾ ਕਰਦਿਆਂ ਨਾ ਮੈਂ ਇੱਕ ਸ਼ਬਦ ਵਰਤਿਆ ਵੀ ਮਹਾਰਾਜ ਨੇ ਜਾਂ 20 ਰੁਪਈਆਂ 'ਚ ਸੌਦਾ ਕੀਤਾ। ਸਾਰੇ ਕਹਿੰਦੇ ਉਹ ਗਿਆਨੀ ਜੀ ਸਿੰਘ ਬਾਹਰ ਆ ਗਿਆ, ਮੈਨੂੰ ਕਹਿੰਦਾ ਭਾਈ ਸਾਹਿਬ ਜੀ ਵੇਖੋ ਤੁਸੀਂ ਬਹੁਤ ਸਤਿਕਾਰ। ਚਲੋ ਮੈਂ ਜਦੋਂ ਇਹ ਸ਼ਬਦ ਵਰਤੇ ਮੈਨੂੰ ਲੱਗਾ ਵੀ ਕੋਈ ਨਾ ਕੁਝ ਗੱਲ ਕਰੂਗਾ। ਕਹਿੰਦਾ 20 ਰੁਪਈਏ ਤੇ ਉਹਦਾ ਹੁੰਦਾ ਹੀ ਨਹੀਂ ਸਨ ਜੀ। ਤੁਸੀਂ ਸੁਣਦੇ ਹੋ ਨਾ, ਕਹਿੰਦੇ ਆ ਸਾਰੇ। ਮੈਂ ਕਿਹਾ ਜੀ ਮੈਂ 20 ਰੁਪਈਏ ਕਿਹਾ, ਪਰ ਉਦੋਂ ਜਿਹੜੇ ਪਿਤਾ ਜੀ ਨੇ ਦਿੱਤੇ ਸਨ ਉਹਨਾਂ ਦਾ ਨਾਮ ਸੀ 20 ਰਜਤਪਣ। ਯਾਦ ਰੱਖਿਓ 20 ਰਜਤਪਣ ਲਿਖੇ। ਕਹਿੰਦਾ ਰਜਤਪਣ ਕੀ ਹੁੰਦੇ ਆ? ਮੈਂ ਕਿਹਾ ਇਸੇ ਕਰਕੇ 20 ਰੁਪਈਏ ਨਾ ਵਰਤਿਆ ਸੀ ਕਿ ਸਮਝ ਕੋਈ ਨਹੀਂ ਪੈਣੀ। ਇਹ ਰਜਤਪਣ ਦਾ ਅਰਥ ਹੁੰਦਾ ਉਹ ਰੁਪਈਆ ਜਿਹਦੇ ਚਾਂਦੀ ਦਾ ਪਣ ਚੜਿਆ ਹੁੰਦਾ। ਮੈਂ ਤਾਂ ਕਿਹਾ ਨਾ ਜਿਹੜਾ ਆ ਉੱਤਰ ਹੁੰਦਾ ਨਹੀਂ 20 ਰੁਪਈਏ ਤਾਂ ਹੁੰਦੇ ਹੀ ਨਹੀਂ, ਸਾਨੂੰ ਨਹੀਂ ਹੁੰਦੇ। ਉਹ ਉਹਨਾਂ ਨੂੰ ਦੱਸੋ ਉਦੋਂ 1469 ਹੁੰਦਾ ਸੀ, ਉਦੋਂ ਸਕਿੰਟ ਮਿੰਟ ਹੁੰਦੇ ਸਨ। ਹੁਣ ਮੈਂ ਤੁਹਾਨੂੰ ਕਹਾਂ ਜੀ ਮੈਨੂੰ ਦੱਸੋ ਰਾਤ ਦੇ ਕਿੰਨੇ ਪੈਰ, ਕਿੰਨੇ ਵਸੇ, ਕਿੰਨੀਆਂ ਘੜੀਆਂ ਨਿਕਲ ਗਈਆਂ। ਤੁਸੀਂ ਕਹੋਗੇ ਕਿਆਂ ਜੀਆਂ ਕਮਲੀਆਂ ਮਾਰਦਾ ਪਿਆ, ਸਾਨੂੰ ਦੱਸ ਵੀ ਟਾਈਮ ਕਿੰਨਾ ਹੋ ਗਿਆ। ਤੇ ਬਾਣੀ ਤਾਂ ਮੰਨਦੀ ਕੋਈ ਨਹੀਂ ਮਿੰਟਾਂ ਸਕਿੰਟਾਂ। ਬਾਣੀ ਤਾਂ ਕਹਿੰਦੀ ਵਿਸ਼ਵ ਵਿੱਚ ਅਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਇਸ ਕਰਕੇ ਜੇ ਰੁਪਈਏ ਘੰਟੇ ਸ਼ਬਦ ਵਰਤਿਆ ਜਾਂਦਾ ਹੈ ਕਿਉਂਕਿ ਲੋਕਾਂ ਨੂੰ ਉਸ ਗੱਲ ਦੀ ਸਮਝ ਕੋਈ ਨਹੀਂ, ਤਾਂ 20 ਰੁਪਈਏ ਕਿਹਾ ਜਾਂਦਾ, ਪਰ ਹੋਏ ਸਨ 20 ਵਰਜ ਰਜਤਪਣ। ਮੈਂ ਫਿਰ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਘਰ ਬਾਰੀ ਦਾ ਅਰਥ ਸੀ ਕਿ ਪਰਿਵਾਰ ਦੀ ਗੈਰ ਹਾਜ਼ਰੀ ਵਿੱਚ ਮਾਤਾਵਾਂ ਦਾ, ਪਰਿਵਾਰ ਦਾ ਜਿੰਨਾ ਵੀ ਘਰ ਦਾ ਖਰਚਾ ਪਾਣੀ ਸਭ ਇਹ ਭਾਈ ਦਿਆਲ ਦਾਸ ਜੀ ਦੇ ਹੱਥ। ਮੈਂ ਉਸ ਦਿਨ ਵੀ ਕਿਹਾ ਕਿ ਭਾਈ ਦਿਆਲਾ ਜੀ ਦੀ ਕੈਲੰਡਰ ਵਿੱਚ ਤਸਵੀਰ ਜਵਾਨ ਦੀ ਹੈ, ਪਰ ਅਸਲ 'ਚ ਉਹ ਬਜ਼ੁਰਗ ਸਨ। ਭਾਈ ਦਿਆਲਾ ਜੀ ਪਟਨਾ ਸਾਹਿਬ ਹੁਕਮਨਾਮੇ ਪਏ ਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਢਾਕੇ ਜਾਂਦੇ ਆ, ਪੂਰਬ ਨੂੰ ਜਾਂਦੇ ਆ, ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਭਾਈ ਦਿਆਲਾ ਜੀ ਦੀ ਹੈ। ਤੇ ਮਹਾਰਾਜ ਦੇ ਹੁਕਮਨਾਮੇ 'ਚ ਆਉਂਦਾ ਹੈ ਭਾਈ ਦਿਆਲ ਦਾਸ ਕਾ ਕਹਿਆ ਹੋਇਆ ਗੁਰੂ ਕਾ ਕਹਿਆ ਜਾਣਨਾ। ਇਹ ਐਵੇਂ ਨਹੀਂ ਗੱਲ ਕਰ ਦਿੱਤੀ, ਕਿੰਨੇ ਭੇਦ ਨੇ। ਭਾਈ ਦਿਆਲ ਦਾਸ ਕਾ ਕਹਿਆ ਹੋਇਆ
गुरु का कहा जानना। ਉੱਥੇ ਮਹਾਰਾਜ ਵਧਾਈ ਦੀ ਚਿੱਠੀ ਲਿਖਦੇ ਆ ਦਿਆਲਦਾਸ ਜੀ ਨੂੰ। ਮੈਂ ਆਪ ਨੂੰ ਬੇਨਤੀ ਕਰਾਂਗਾ ਭਾਈ ਦਿਆਲਾ ਜੀ, ਇਹ ਵੀ ਪਰਿਵਾਰ ਥੋੜਾ ਜਿਹਾ ਮੈਂ ਤਾਂ ਚੱਲਿਆ ਵੀ 3 ਸਿੱਖ ਨੇ, ਇੱਕ ਦਾ ਪੜਦਾਦਾ ਸ਼ਹੀਦ ਹੈ, 2 ਦਾ ਪੜਦਾਦਾ ਸ਼ਹੀਦ ਹੈ, 1 ਦਾ ਦਾਦਾ ਸ਼ਹੀਦ ਹੈ। ਭਾਈ ਮਤੀ ਦਾਸ ਥਸੀ ਦਾਸ ਦਾ ਪੜਦਾਦਾ ਪਿਰਾਗ ਦਾਸ 6ਵੇਂ ਗੁਰਦੇਵ ਵੇਲੇ ਸ਼ਹੀਦ ਗਏ, ਤੇ ਭਾਈ ਦਿਆਲਾ ਜੀ ਦਾ ਦਾਦਾ ਭਾਈ ਬੱਲੂ ਇਹ ਗੁਰੂ ਹਰਗੋਬਿੰਦ ਸਾਹਿਬ ਵੇਲੇ ਸ਼ਹੀਦ ਹੈ। ਇਹਦਾ ਮਤਲਬ ਜਿਨ੍ਹਾਂ ਦਾ ਖੂਨ ਇਹਨੇ ਇੱਥੇ ਡੁੱਲਿਆ, ਇਹਨਾਂ ਦੇ ਦਾਦੇ ਪੜਦਾਦਿਆਂ ਦਾ ਖੂਨ ਵੀ ਡੁੱਲਿਆ ਹੈ। ਇਹ ਪਰਿਵਾਰ ਇਸ ਤਰ੍ਹਾਂ ਹੁੰਦੇ ਨੇ। ਮਹਾਰਾਜ ਭਾਈ ਦਿਆਲਾ ਜੀ ਨੂੰ ਕਰਬਾਰੀ ਲਿਖਿਆ ਹੈ। ਅਗਲੀ ਗੱਲ ਭਾਈ ਸਤੀਬਾ ਦਾਸ ਬਾਰੇ ਭਾਈ ਕੇਸਰ ਸਿੰਘ ਛਿੱਬਰ ਨੇ ਲਿਖਿਆ ਹੈ ਕਿ ਇਹ ਗੁਰੂ ਘਰ ਦੇ ਲਿਖਾਰੀ ਸਨ, ਲੇਖਾ ਜੋਖਾ ਰੱਖਦੇ ਸਨ, ਤੇ ਜਿੰਨੇ ਬਚਨ ਗੁਰਦੇਵ ਉਚਾਰਦੇ ਸਨ ਇਹਨਾਂ ਨੇ ਫਾਰਸੀ ਦੇ ਵਿੱਚ ਇਹਨਾਂ ਬਚਨਾਂ ਨੂੰ ਸਾਂਭ ਕੇ ਰੱਖਿਆ ਸੀ। ਮੈਂ ਤਾਂ ਤੁਹਾਨੂੰ ਥੋੜਾ ਜਿਹਾ ਇਸ਼ਾਰਾ ਤਾਂ ਕੀਤਾ, ਭਾਈ ਮਤੀ ਦਾਸ ਸਤੀ ਦਾਸ ਦੇ ਪੜਦਾਦਾ ਜੀ ਸ਼ਹੀਦ ਹੋਏ ਆ, ਭਾਈ ਦਿਆਲਾ ਜੀ ਇਹਨਾਂ ਦੇ ਸਨਮਾਨਯੋਗ ਦਾਦਾ ਜੀ ਸ਼ਹੀਦ ਹੋਏ ਆ। ਭਾਈ ਮਤੀ ਦਾਸ ਸਤੀ ਦਾਸ ਦੇ ਪੜਦਾਦਾ ਪਿਰਾਗ ਦਾਸ ਨੇ, ਭਾਈ ਪਿਰਾਗਾ ਜੀ ਨੇ, ਉਹਨਾਂ ਨੂੰ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਰਸ ਕਿਹਾ ਹੈ, ਤੇ ਭਾਈ ਦਿਆਲਾ ਜੀ ਦੇ ਦਾਦਾ ਭਾਈ ਬੱਲੂ ਰਾਏ ਜੀ ਨੇ। ਭਾਈ ਮਤੀ ਦਾਸ ਭਾਈ ਸਤੀ ਦਾਸ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਇਸੇ ਤਰ੍ਹਾਂ ਭਾਈ ਦਿਆਲਾ ਜੀ ਵੀ ਇਹ ਸੇਵਾ ਕਰਦੇ ਪਏ ਆ। ਆਪ ਨੂੰ ਬੇਨਤੀ ਹੋਰ ਕਰਦੇ ਆ ਕਿ ਸਤਿਗੁਰੂ ਦੀ ਕਿਰਪਾ ਨਾਲ ਇਹਨਾਂ ਪਰਿਵਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੀ ਰਹਿਮਤ ਵਰਦੀ ਸੀ। ਇਹ ਤਿੰਨੇ ਸਿੱਖ ਬੜੇ ਭਰੋਸੇ ਵਾਲੇ ਆ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇੱਥੇ ਆਏ। ਮੈਂ ਰਾਤ ਵੀ ਅਰਜ਼ ਕੀਤੀ, ਗੁਰਮਖੋ ਥੋੜੀ ਜੀ ਬੇਨਤੀ ਸੁਣਿਓ, ਮੈਂ ਸ਼ਹੀਦੀ ਦਾ ਜ਼ਿਕਰ ਕਰਨਾ, ਮੈਂ ਥੋੜਾ ਜਿਹਾ ਪਿਛੋਕੜ ਇਸ ਕਰਕੇ ਵੀ ਇਹ ਸ਼ਹਾਦਤਾਂ ਮੈਨੂੰ ਤੁਹਾਨੂੰ ਕਿਉਂ ਨਹੀਂ ਮਿਲ ਜਾਂਦੀਆਂ। ਇਹ ਸ਼ਹਾਦਤਾਂ ਵੀ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਰੱਬ ਦੇ ਘਰੋਂ ਬਖਸ਼ੇ ਹੋਏ ਹੁੰਦੇ ਆ। ਮਰਨ ਮੁਨਸਾਂ ਸੋਹਰਿਆਂ ਹੱਕ ਹੈ, ਇਹ ਰਿਜ਼ਰਵ ਹੈ ਮੌਤ ਉਹਨਾਂ ਵਾਸਤੇ। ਭਾਈ ਦਿਆਲ ਦਾਸ ਜੀ, ਮੈਂ ਕੱਲ ਰਾਤ ਵੀ ਕਿਹਾ 12 ਭਰਾ ਨੇ, ਇਹ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ ਭਾਈ ਦਿਆਲਾ ਜੀ। ਇਹਨਾਂ ਵਿੱਚੋਂ ਸਿਰਫ ਇਹਨਾਂ ਦਾ ਇੱਕ ਭਰਾ ਸੀ ਅਮਰਚੰਦ, ਜਿਹਦੀ ਡੈਥ ਬਿਮਾਰ ਹੋ ਕੇ ਹੋਈ, ਨਹੀਂ ਤੇ 11 ਦੇ 11 ਭਰਾ ਗੁਰੂ ਘਰ ਵੀ ਸ਼ਹੀਦ ਹੋਏ ਆ। ਜੇ ਇਸ ਫੈਮਿਲੀ ਨੂੰ ਹੋਰ ਪੜੋ ਤੇ ਤਕਰੀਬਨ 65 ਘਰ ਦੇ ਜੀ ਬਣਦੇ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਹੈ। 65 ਥੋੜੇ ਨਹੀਂ। ਜਿਸ ਭਾਈ ਬਚਿੱਤਰ ਸਿੰਘ ਨੇ ਨਾਗਨੀ ਮਾਰ ਕੇ ਹਾਥੀ ਦਾ ਸਿਰ ਪਾੜਿਆ, ਉਹ ਭਾਈ ਦਿਆਲ ਦਾਸ ਦਾ ਭਤੀਜਾ ਹੈ। ਜਿਸ ਭਾਈ ਉਦੈ ਸਿੰਘ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ, ਉਹ ਭਾਈ ਦਿਆਲ ਦਾਸ ਦਾ ਭਤੀਜਾ ਹੈ। ਮੈਂ ਬੇਨਤੀ ਕਰਾਂਗਾ, ਚਲੋ ਜ਼ਿਆਦਾ ਡਿਟੇਲ ਚ ਨਹੀਂ, ਇਹ ਤਿੰਨਾਂ ਗੁਰਸਿੱਖਾਂ ਦਾ ਜਿਹੜਾ ਪਿਛੋਕੜ ਹੈ, ਇਹ ਸ਼ਹੀਦਾਂ ਦਾ ਘਰ ਹੈ, ਸ਼ਹੀਦਾਂ ਦਾ ਖੂਨ ਇਹਨਾਂ ਦੇ ਅੰਦਰ, ਇਹ ਇਸ ਧਰਤੀ ਤੇ ਆ ਗਏ ਜਿੱਥੇ ਅੱਜ ਅਸੀਂ ਬੈਠੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ, ਮਰਜ਼ ਕੀਤੀ ਸਾਖੀ ਕਰਨੀ ਅਤ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਿੰਜਰੇ ਵਿੱਚ ਨੇ। ਸੁਬਾ ਵੀ ਔਰ ਰਕਾਬਗੰਜ ਵੀ ਮਰਜ਼ ਕਰਾਂਗਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਚਲੋ ਤੁਸੀਂ ਤਿਲਕ ਜੰਨੂ ਪੜਿਆ, ਇਹ ਸਾਰਾ ਪੜਾਂਗੇ ਆਪਾਂ। 3 ਗੱਲਾਂ ਚੇਤੇ ਰੱਖਿਓ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਧਰਮ ਦੀ ਸੁਤੰਤਰਤਾ ਲਈ, ਲਫ਼ਜ਼ ਇੱਕ ਤੇ ਇਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਯੂਨੀਵਰਸਿਟੀ ਚ ਲੈਕਚਰ ਦਿੰਦਿਆਂ ਕਿਹਾ ਸੀ, ਗੁਰੂ ਤੇਗ ਬਹਾਦਰ ਤੇ ਸਿੱਖਾਂ ਦੀ ਸ਼ਹਾਦਤ ਧਰਮ ਦੀ ਸੁਤੰਤਰਤਾ ਲਈ। ਡਿਟੇਲ ਨਾਲ ਫਿਰ ਵਾਚਨੇ ਆ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਧਰਮ ਦੀ ਰੱਖਿਆ ਲਈ। ਸੁਤੰਤਰਤਾ ਤੇ ਰੱਖਿਆ 2 ਸ਼ਬਦ ਨੇ ਜੀ। ਸੁਤੰਤਰਤਾ ਹੈ ਤਿਲਕ ਜੰਨੂ ਰਾਖਾ ਪ੍ਰਭ ਤਾਂਕਾ। ਮੈਂ ਨਹੀਂ ਇਹਨੂੰ ਮੰਨ ਰਿਹਾ, ਇਹ ਮੇਰਾ ਅਕੀਦਾ ਨਹੀਂ ਹੈ, ਪਰ ਮੈਂ ਕਿਸੇ ਦੇ ਧਰਮ ਦੀ ਸੁਤੰਤਰਤਾ ਲਈ ਇਸ ਦੀ ਖਾਮੀ ਭਰਾਂਗਾ ਕਿ ਹਰ ਬੰਦੇ ਨੂੰ ਧਰਮ ਦੀ ਸੁਤੰਤਰਤਾ ਚਾਹੀਦੀ ਹੈ। ਮੈਂ ਕਹਿੰਦਾ ਹਿਊਮਨ ਰਾਈਟ ਦਾ ਜੇ ਪਹਿਲਾ ਸ਼ਹੀਦ ਹੈ ਤੇ ਉਹ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਹੈ। ਮਹਾਰਾਜ ਕਹਿੰਦੇ ਆ ਧਰਮ ਦੀ ਸੁਤੰਤਰਤਾ, ਇਸ ਕਰਕੇ ਉੱਥੇ ਲਫ਼ਜ਼ ਤਾਕਾ ਵਰਤਿਆ। ਮੈਂ ਫਿਰ ਅਰਜ਼ ਕਰਾਂ, ਦੂਜੀ ਗੱਲ ਮੈਂ ਵਰਤੀ ਧਰਮ ਦੀ ਰੱਖਿਆ। ਧਰਮ ਕੀ ਸੁਤੰਤਰਤਾ? ਧਰਮ ਦੀ ਰੱਖਿਆ। ਇਹਦਾ ਮਤਲਬ ਜੇ ਸਾਰੇ ਪਖੰਡੀ ਪਰਪੰਚੀ ਨਿਕਲਦੇ, ਹਕੂਮਤ ਨੇ ਕਹਿਣਾ ਸੀ ਸਭ ਝੂਠ, ਕੋਈ ਧਰਮੀ ਹੈ ਹੀ ਨਹੀਂ। ਪਰ ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਵਿੱਚ ਅੜ ਗਿਆ, ਉਹਨੇ ਸਿੱਧ ਕਰ ਦਿੱਤਾ ਵੀ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰੀਏ ਤੇ ਧਰਮ ਕਾਇਮ ਰਹਿੰਦਾ ਹੁੰਦਾ ਹੈ।
ਇੱਥੇ ਧਰਮ ਦੀ ਸੁਤੰਤਰਤਾ, ਧਰਮ ਦੀ ਰਾਖੀ, ਉਹਦੇ ਲਈ ਸ਼ਬਦ ਗੁਰੂਦੇਵ ਨੇ ਵਰਤਿਆ, ਧਰਮ ਖੇਤ ਸਾਕਾ ਜਿਨ ਕੀਆ। ਵੇਖੋ ਫਿਰ ਸੁਣਿਓ, ਮੈਂ ਸਮਾਪਤੀ ਕਰ ਲੱਗਾ, ਭਾਈ ਸਾਹਿਬ ਆ ਗਏ ਆ, ਤੋ ਇਹ ਧਿਆਨ ਮੇਰੇ ਵੱਲ ਥੋੜਾ ਦਿਆ ਜੇ। ਸ਼ਬਦ ਮੇਰੇ ਵੱਲ ਦਾ ਮਤਲਬ ਕੋਈ ਮੈਂ ਦੇ ਵੱਲ ਨਹੀਂ, ਵੀ ਸ਼ਬਦ ਵੱਲ। ਹੁਣ ਦੇਖੋ, ਧਰਮ ਦੀ ਸੁਤੰਤਰਤਾ, ਧਰਮ ਦੀ ਰੱਖਿਆ। ਤੀਸਰਾ ਸ਼ਬਦ ਆਤਮ ਪੁਰਖ ਦੀ ਗੌਰਵਤਾ। ਇਹ ਹਿੰਦੀ ਦੇ ਲਫ਼ਜ਼ ਜੀ ਨੇ ਜੀ, ਆਤਮ ਪੁਰਖ ਦੀ ਗੌਰਵਤਾ। ਹੁਣ ਵੀਰ ਜੀ ਨੇ ਪੜਿਆ ਕਿ ਸੀਸ ਦਿਆ ਪਰ, ਯਾਦ ਰੱਖਿਓ ਸਿਰ ਦੇ ਜਿਹੜੇ ਅਰਥ ਨੇ ਉਹ ਤਕਰੀਬਨ ਸਿਰੜ ਕੀਤੇ ਗਏ ਜੀ। ਸਿਰ ਦੇ ਅਰਥ ਤੇ ਤਕਰੀਬਨ ਸਾਰੇ ਸਿੱਧ ਕਰਨੇ ਆ, ਪਰ ਨਹੀਂ, ਯਾਦ ਰੱਖਿਓ ਸਿਰ ਸ਼ਬਦ ਅਰਬੀ ਦਾ ਹੈ। ਸਿਰ ਦੇ ਅਰਥ ਇਹ ਢੁਕਦੇ ਜ਼ਰੂਰ ਨੇ, ਮੈਂ ਇਹ ਨਹੀਂ ਕਹਾਂਗਾ, ਸਿੱਖ ਵਿਦਵਾਨਾਂ ਨੇ ਇਹ ਕੀਤੇ ਨੇ, ਸਿਰ ਇਹ ਸਿਦਕ ਨਾਲ ਜੁੜੇਗਾ। ਦੂਸਰਾ ਮੈਂ ਬੇਨਤੀ ਪਿਛਲੇ ਦਿਨੀ ਕੀਤੀ ਕਿ ਸ਼ਬਦ ਸ਼ਾਇਰ, ਨਾਨਕ ਸ਼ਾਇਰ ਏਵ ਕਹਿਤਾ ਸੱਚੇ ਪਰਵਤ ਗਾਰਾ। ਉਹ ਸਾਰੇ ਪਤਾ ਹੈ ਕਹਿੰਦੇ ਆ ਗੁਰੂ ਨਾਨਕ ਸਾਹਿਬ ਕਵੀ ਨੇ, ਸ਼ਾਇਰ ਨੇ। ਮੈਂ ਪਿਛਲੇ ਦਿਨੀ ਜਦੋਂ ਮੇਰੇ ਮਨ ਚ ਆਇਆ, ਇਹ ਮੈਂ ਹਉਮੈ ਚ ਨਹੀਂ ਕਹਿੰਦਾ, ਜਿਸ ਗੱਲ ਦੀ ਨਵੀਂ ਸਮਝ ਪੈਂਦੀ ਮੈਂ ਸੰਗਤ ਨਾਲ ਸ਼ੇਅਰ ਕਰਨਾ। ਹੁਣ ਸ਼ਾਇਰ ਜਿਹੜਾ ਸ਼ਬਦ ਹੈ ਇਹ ਵੀ ਅਰਬੀ ਦਾ। ਇਹ ਪਤਾ ਕਦ ਲਈ ਵਰਤਿਆ ਗਿਆ? ਸਰਦਾਰ ਕਪੂਰ ਸਿੰਘ ਲਿਖਦੇ ਆ, ਦਰਅਸਲ ਸ਼ਾਇਰ ਸ਼ਬਦ ਜਦੋਂ ਸ਼ੁਰੂ ਹੋਇਆ ਇਹ ਆਮ ਕਵੀ ਲਈ ਨਹੀਂ, ਸ਼ਾਇਰ ਉਹਦੇ ਲਈ ਵਰਤਿਆ ਜਾਂਦਾ ਸੀ ਜਿਹਦਾ ਸਬੰਧ ਸਿੱਧਾ ਰੱਬ ਦੇ ਨਾਲ ਬਣਿਆ ਹੁੰਦਾ ਸੀ, ਜਿਹੜਾ ਉਹਦੇ ਨਾਲ ਗੱਲਾਂ ਕਰਕੇ ਲੋਕਾਂ ਨੂੰ ਦੱਸਦਾ ਸੀ। ਸ਼ਾਇਰ ਦਾ ਅਰਥ ਅਭੇਦ। ਹੁਣ ਮੈਂ ਬੇਨਤੀ ਕੀਤੀ, ਧਰਮ ਦੀ ਰੱਖਿਆ, ਧਰਮ ਦੀ ਸੁਤੰਤਰਤਾ, ਆਤਮ ਪੁਰਖ ਦੀ ਗੌਰਵਤਾ। ਸਵੇਰੇ ਨੂੰ ਡਿਟੇਲ ਨਾਲ ਆਪਾਂ ਦੇਖ ਲਾਂਗੇ ਫਿਰ ਕਿ ਆਤਮ ਪੁਰਖ ਦੀ ਗੌਰਵਤਾ। ਸਿਰ ਦਾ ਅਰਥ ਉਹ ਅਵਸਥਾ ਜਿੱਥੇ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੈ। ਸਿਰ ਨਾ ਦਿਆ, ਇਹਦਾ ਮਤਲਬ ਉਹ ਜ਼ੋਰ ਲਾਂਦੇ ਮਰ ਗਿਆ, ਚੀਰ ਕੇ ਸਾੜ ਕੇ ਕਿਸੇ ਤਰੀਕੇ ਨਾਲ ਸੁਰਤ ਡੋਲ ਜਾਏ, ਸਾਨੂੰ ਕਰਾਮਾਤ ਦਿਖਾਏ। ਉਸ ਮਹਾਂਪੁਰਖ ਨੇ ਆਪਣਾ ਬਲਿਦਾਨ ਦੇ ਦਿੱਤਾ, ਪਰ ਸੁਰਤ ਨੂੰ ਡਿੱਗਣ ਨਹੀਂ ਦਿੱਤਾ। ਸਿਰ ਦਾ ਅਰਥ ਸੁਰਤ ਦੀ ਅਡੋਲਤਾ। ਨਹੀਂ ਤੇ ਕਈ ਵਾਰੀ ਕਈ ਬੰਦੇ ਹੱਠ ਕਰਕੇ ਮਰ ਜਾਂਦੇ ਆ, ਪਰ ਸੁਰਤ ਦੀ ਅਡੋਲਤਾ ਨਹੀਂ ਹੁੰਦੀ। ਮੈਂ ਕਹਿੰਦਾ ਦੋ ਥਾਵਾਂ ਨੇ ਤੁਹਾਡੇ ਨੇੜੇ ਜਿਨ੍ਹਾਂ ਦਾ ਪਾਪ ਔਰੰਗਜ਼ੇਬ ਕਦੀ ਨਹੀਂ ਲਾ ਸਕੇਗਾ, ਇੱਕ ਸੀਸਗੰਜ ਤੇ ਇੱਕ ਸਾਹਮਣੇ ਸਰਮਦ। ਆਪ ਨੂੰ ਪਤਾ ਹੈ ਨਾ ਜੀ, ਜਾਮਾ ਮਸਜਿਦ ਦੇ ਨੇੜੇ। ਇਹ ਵੀ ਪਤਾ ਵੀ ਦਿੱਲੀ ਗਲੀਆਂ 'ਚ ਉਹ ਫਕੀਰ ਅਲਫ ਨੰਗਾ ਰਹਿੰਦਾ ਸੀ। ਮੈਂ ਪਿਛਲੇ ਦਿਨੀ ਭਾਈ ਸਾਹਿਬ ਕਥਾ ਕਰ ਰਿਹਾ ਸਾਂ ਕਿ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਕੀ ਕਿਹਾ। ਬਾਣੀ ਨੇ ਬਹੁਤ ਕੁਝ ਕਿਹਾ, ਜੋਤ ਰੂਪ ਕਿਹਾ, ਆਪ ਨਾਰਾਇਣ ਕਲਾ ਧਾਰ ਕਿਹਾ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਕਿਹਾ। ਜਿੰਨੇ ਉਸ ਵਕਤ ਦੇ ਨਕੰਮੇ ਬੰਦੇ ਅੰਦਰੋਂ ਕਰਪਟ ਸਨ, ਉਹਨਾਂ ਨੇ ਬਾਬੇ ਨੂੰ ਛੇਤੀ ਨਹੀਂ ਸਵੀਕਾਰਿਆ। ਉਹਨਾਂ ਨੇ ਕਿਹਾ ਕੋਈ ਆਖੇ ਭੂਤ ਨਾ, ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਗੁਰੂ ਸਾਹਿਬ ਕਹਿੰਦੇ ਮੈਂ ਕੌਣ ਆ? ਭਇਆ ਦੀਵਾਨਾ ਸ਼ਾਹ ਕਾ, ਨਾਨਕ ਬੌਰਾਨਾ। ਇਹਦੀ ਵਿਆਖਿਆ ਕਦੀ ਸਮਾਂ ਮਿਲਿਆ, ਤਕਰੀਬਨ ਕਿਤੇ ਮਹੀਨਾ ਟੇਕ ਕੇ ਕਿਤੇ ਟਿਕਾ ਨਹੀਂ ਨਾ ਮੇਰਾ। ਇਹਦੀ ਵਿਆਖਿਆ ਇੰਨੀ ਗਹਿਰੀ ਹੈ। ਸੱਗ ਨਾਨਕ ਦੀਵਾਨ ਮਸਤਾਨਾ। ਮਹਾਰਾਜ ਸ਼ਬਦ ਵਰਤੇ ਆ, ਮੈਂ ਤੇਰੇ ਦਰ ਦਾ ਕੁੱਤਾ ਹਾਂ, ਮਸਤਾਨਾ ਹਾਂ ਮੈਂ। ਸੱਗ ਨਾਨਕ ਦੀਵਾਨ, ਦੀਵਾਨ ਸ਼ਬਦ, ਤੇਰੇ ਦਰਬਾਰ ਦਾ ਕੁੱਤਾ ਵਾਂ, ਮਸਤਾਨਾ। ਨਿਤ ਚੜ੍ਹੈ ਸਵਾਇਆ, ਜਦੋਂ ਤਾਂ ਤੇਰੇ ਦਰ ਤੇ ਬੈਠਾ, ਦਿਨ ਰਾਤ ਬੰਦਗੀ ਦਾ ਸਵਾਇਆਪਣ ਬਖਸ਼ਿਸ਼ ਕੇ। ਇੱਥੇ ਜਿਹੜਾ ਸਿਰ ਹੈ, ਇਹ ਅਵਸਥਾ ਹੈ ਕਿ ਪੂਰਾ ਜ਼ੋਰ ਲਾ ਦਿਓ ਕਿ ਕਿਸੇ ਤਰੀਕੇ ਨਾਲ ਇਹ ਨਾਟਕ ਚੇਟਕ ਵਾਲਾ ਕੁਕਾਜ ਕਰ ਜਾਏ। ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਮੇਰੇ ਬਾਪੂ ਨੇ ਠੀਕਰਾ ਭੰਨ ਦਿੱਤਾ, ਪਰ ਆਪਣੀ ਸੁਰਤ ਨੂੰ ਨਾਟਕ ਚੇਟਕ ਡਿੱਗਣ ਨਹੀਂ ਦਿੱਤਾ। ਸਿਰ ਦਾ ਅਰਥ ਸੁਰ ਦੀ ਉਹ ਅਵਸਥਾ ਜਿੱਥੇ ਮੌਤ ਸਵਕਾਰੀ ਜਾਏ, ਪਰ ਅੰਦਰ ਦੀ ਅਵਸਥਾ ਨਾ ਡਿੱਗਣ ਦਿੱਤੀ ਜਾਏ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦਾ ਪਿੰਜਰਾ ਇਸ ਥਾਂ ਤੇ ਲਿਆਂਦਾ ਗਿਆ। ਜਗ੍ਹਾ ਥੱਲੇ ਵੀ ਤੁਸੀਂ ਸਾਰੇ ਮੱਥਾ ਟੇਕਦੇ ਹੋ। ਮੈਂ ਪਿਛਲੀ ਵਾਰੀ ਤੁਹਾਨੂੰ ਇਹ ਗੱਲ ਕਹੀ ਸੀ, ਮੈਨੂੰ ਪਤਾ ਸੀ ਕਈਆਂ ਨੇ ਵਿਰੋਧ ਵੀ ਕੀਤਾ, ਆਪੋ ਆਪਣੀ ਸੋਚ ਜੀਏ। ਮੈਂ ਇਹ ਬੇਨਤੀ ਕਰਨਾ ਹੁੰਨਾ, ਸਿੰਘ ਸਾਰੇ ਬੈਠੇ ਕਮੇਟੀ ਮੈਂਬਰ, ਤਾਂ ਮੈਂ ਕਿਹਾ ਸੀ ਜਿਹੜੇ ਪਿੱਛੋਂ ਜਾ ਕੇ ਮੱਥਾ ਟੇਕਦੇ ਪਿਆ ਨਾ, ਠੀਕ ਹੈ ਮਹਾਰਾਜ ਦਾ ਸਰੂਪ ਥੱਲੇ ਵੇ, ਯਾਦ ਰੱਖੋ ਇਹ ਕੱਲਾ ਥੜਾ, ਇਹ ਕਬਰ ਨਹੀਂ,
ਇਹ ਸੱਚੇ ਪਾਤਸ਼ਾਹ ਦੀ ਡੁੱਲੀ ਹੋਈ ਖੂਨ ਵਾਲੀ ਥਾਂ ਹੈ। ਸਿੱਖ ਥੱਲੇ ਜਾ ਕੇ ਉੱਥੇ ਮੱਥਾ ਟੇਕਦਾ ਜਿੱਥੇ ਮੇਰਾ ਸਤਿਗੁਰੂ ਬੈਠਾ ਸੀ। ਸਾ ਧਰਤੀ ਭਈ, ਇਹਦੇ ਅਰਥ ਇਹ ਕਰੋ, ਇਹਦੇ ਅਰਥ ਐਵੇਂ ਨਾ ਡਰ ਡਰ ਕੇ ਕਰੀ ਜਾਈ। ਕਿਉਂ ਸਿੰਘ ਸਾਹਿਬ ਜੀ? ਦੇਖੋ ਮਹਾਰਾਜ, ਸੱਚੇ ਪਾਤਸ਼ਾਹ ਦਾ ਪਿੰਜਰਾ ਬਾਹਰ ਲਿਆਂਦਾ ਗਿਆ। ਤਿੰਨੇ ਸਿੱਖ, ਭਾਈ ਮਤੀ ਦਾਸ, ਭਾਈ ਸਤੀ ਦਾਸ। ਕਿਹਾ ਜਾਂਦਾ ਭਾਈ ਮਤੀ ਦਾਸ ਜੀ ਨੇ ਕਹਿ ਦਿੱਤਾ ਸੀ, ਇਤਿਹਾਸ ਕਹਿੰਦਾ ਹੈ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦਿਆਂਗਾ। ਹਕੂਮਤ ਨੂੰ ਪਤਾ ਲੱਗਦਾ ਹੈ। ਮਹਾਰਾਜ ਇੱਕ ਸ਼ਬਦ ਕਹਿੰਦੇ ਆ, ਮਤੀ ਦਾਸ, ਇੱਕ ਬੂੰਦ ਸਮੁੰਦਰ ਵਿੱਚੋਂ ਨਿਕਲਦੀ ਏ। ਜੇ ਸਮੁੰਦਰ ਸਭ ਕੁਝ ਜਰ ਕੇ ਬੈਠਾ ਤੇ ਬੂੰਦ ਨੂੰ ਵੀ ਸਬਰ ਕਰਨਾ ਚਾਹੀਦਾ। ਮਹਾਰਾਜ ਸੱਤ ਬਚਨ ਜੀ, ਸਮਝ ਗਏ ਨਾ ਇਸ਼ਾਰਾ? ਮਹਾਰਾਜ ਨੂੰ ਕਹਿੰਦੇ ਨੇ ਸੱਤ ਬਚਨ। ਉਹਨਾਂ ਨੇ ਫਿਰ ਤਿੰਨ ਗੱਲਾਂ ਸਾਹਮਣੇ ਰੱਖੀਆਂ, ਭਾਈ ਮਤੀ ਦਾਸ, ਭਾਈ ਸਤੀ ਦਾਸ। ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਕਿਹਾ ਗਿਆ ਕਰਾਮਾਤ। ਕਰਾਮਾਤ ਨਹੀਂ ਤਾਂ ਇਸਲਾਮ, ਇਸਲਾਮ ਨਹੀਂ ਤਾਂ ਮੌਤ। ਆਹ ਦਿਨ ਜਿਹੜਾ ਨਿਕਲਿਆ, ਸਾਰਾ ਦਿਨ ਇਸ ਤਰ੍ਹਾਂ ਨਿਕਲਿਆ ਸੀ ਅੱਜ ਹੀ। ਕਹਿਣ ਲੱਗੇ ਮੌਤ ਸਵੀਕਾਰ, ਨਾ ਦੀਨ ਨਾ ਕਰਾਮਾਤ। ਉੱਥੇ ਫਿਰ ਸ਼ਬਦ ਕਹਿਣ ਲੱਗੇ ਮੌਤ ਇੱਕੋ ਦਮ ਗੋਲੀ ਮਾਰ ਕੇ ਨਹੀਂ। ਚੇਤੇ ਰੱਖੀ, ਤੈਨੂੰ ਉਸ ਮੌਤ ਮਾਰਾਂਗੇ ਲੋਕ ਯਾਦ ਕਰਨਗੇ। ਤੇ ਮੇਰੇ ਮਨ ਚ ਅੱਜ ਆਇਆ, ਉਹ ਤੁਸੀਂ ਤਾਂ ਤਸੀਹੇ ਦੇਣ ਲਈ ਕਿਹਾ ਯਾਦ ਕਰਨਗੇ, ਅਸੀਂ ਤਾਂ ਪੱਕਾ ਅਰਦਾਸ ਵਿੱਚ ਭਾਈ ਮਤੀ ਦਾਸ ਨੂੰ ਯਾਦ ਪੈ ਕਰਨੇ। ਆਰੇ ਨਾਲ, ਆਰਿਆਂ ਨਾਲ ਚਰਾਏ ਗਏ, ਯਾਦ ਕਰਨੇ ਪਏ ਸੀ। ਕਹਿਣ ਲੱਗੇ ਤੈਨੂੰ ਆਰੇ ਚ ਬੰਨ ਕੇ ਦੋ ਫਾੜ ਕੀਤਾ ਜਾਏਗਾ। ਦੱਸ, ਅੱਜ ਮੌਕੇ ਸਿਰਫ ਦੋ ਗੱਲਾਂ ਨੇ। ਜੇ ਆਰੇ ਵੱਲ ਜਾਏਗਾ, ਜੇ ਗੁਰੂ ਵੱਲ ਜਾਏਗਾ ਤੇ ਆਰਾ ਚੱਲੇਗਾ, ਜੇ ਸਾਡੇ ਵੱਲ ਤੁਰੇਗਾ ਤੇ ਮਹਲ ਤਖਤ ਮਿਲਣਗੇ। ਭਾਈ ਸਾਹਿਬ ਹੱਸ ਕੇ ਕਹਿੰਦੇ ਆ, ਦੋਨਾਂ ਵਿੱਚੋਂ ਇੱਕ ਦੀ ਚੋਣ ਤਾਂ ਕਰਾਂ ਜੇ ਮੈਂ ਦੋਨਾਂ ਦਾ ਸਵਾਦ ਦੇਖਿਆ ਹੋਵੇ। ਦੀਵਾਨ ਤਾਂ ਹਾਂ ਮੈਂ ਗੁਰੂ ਦਾ। ਬੜੀ ਬਖਸ਼ਿਸ਼ ਮੇਰੇ ਪਰਿਵਾਰ ਤੇ ਖਾਨਦਾਨ ਤੇ ਗੁਰੂ ਨਾਨਕ ਨੇ ਕੀਤੀ। ਪਰ ਇੱਕ ਕੰਮ ਕਰ, ਤੂੰ ਮੇਰੇ ਸਿਰ ਤੇ ਆਰਾ ਚਲਾ, ਦੋ ਕ ਦੰਦੇ ਆਰੇ ਦੇ ਲੱਗ ਜਾਣ, ਮੈਂ ਇਹਦਾ ਸਵਾਦ ਟੇਸਟ ਦੇਖ ਲਾਂ, ਫਿਰ ਤੈਨੂੰ ਦੱਸ ਦਿਆਂਗਾ ਮੈਨੂੰ ਕਿਹੜਾ ਚੰਗਾ ਲੱਗਦਾ। ਪਿਆਰਿਓ, ਦੋਨਾਂ ਤਖਤਿਆਂ ਵਿੱਚ ਬੰਨ ਦਿੱਤਾ। ਆਹ ਚੌਂਕ ਜਿੱਥੇ ਆਪ ਸਾਰੇ, ਇਹ ਗੱਲ ਯਾਦ ਰੱਖਿਓ, ਆਪਾਂ ਇੱਥੇ ਦਾਤੇ ਦਰ ਤੇ ਬੈਠੇ ਆ, ਕਦੀ ਸਮਾਂ ਆਏਗਾ ਉਹ ਸ਼ਹੀਦਾਂ ਦੀ ਸਥਾਨ ਬਣੇਗਾ। ਇਹ ਸੱਚ ਜੇ, ਕਿਉਂਕਿ ਡੁੱਲੇ ਹੋਏ ਖੂਨ ਨੇ ਅਜਾਈ ਨਹੀਂ ਜਾਣਾ। ਮਹਾਰਾਜ ਇੱਥੇ ਪਿੰਜਰਾ ਜੀ ਚੌਂਕ ਚ ਸ਼ਹੀਦ ਇੱਥੇ ਮਹਾਰਾਜ ਕੀਤੇ। ਸਤਿਗੁਰੂ ਪਿੰਜਰੇ ਚ ਦੇਖਦੇ ਆ, ਤੇ ਪਿੰਜਰਾ ਵੀ ਉਹ ਜਿਹ ਚ ਖਲੋ ਵੀ ਨਹੀਂ ਸਕਦੇ, ਬੈਠ ਵੀ ਨਹੀਂ ਸਕਦੇ, ਪਿੱਛੇ ਵੀ ਨਹੀਂ ਹੋ ਸਕਦੇ। ਸਤਿਗੁਰੂ ਦੇਖਦੇ ਆਪਣੇ ਸਿੱਖਾਂ ਪੁੱਤਰਾਂ ਨੂੰ। ਭਾਈ ਮਤੀ ਦਾਸ ਨੂੰ ਤਖਤਿਆਂ ਨਾਲ ਬੰਦ ਬੀੜ ਦਿੱਤਾ, ਤਖਤੇ ਨਾਲ ਪੂਰੀ ਤਰ੍ਹਾਂ ਘੁੱਟ ਕੇ ਬੰਨਿਆ, ਸੀਸ ਉੱਤੇ ਆਰਾ ਚਲਾਇਆ, ਕੇਸ ਖੋਲ ਦਿੱਤੇ ਗਏ ਸਨ। ਜਿਵੇਂ ਚੀਰ ਕੱਢੀ ਦਾ ਆਰਾ 2 ਉਂਗਲਾਂ ਗਿਆ, ਖੂਨ ਦਾ ਪਰਨਾਲਾ ਪਿੱਛੇ ਵੀ ਗਿਆ, ਮੱਥੇ ਤੇ ਆਇਆ, ਕੇਸ਼ ਭਰੇ ਗਏ, ਖੂਨ ਨਾਲ ਲਿਬੜ ਗਏ। ਕਾਜ਼ੀ ਅਬਦੁਲ ਵਾਹਬ ਕਹਿੰਦਾ, ਹੁਣ ਦੱਸ ਕਿਹੜੀ ਚੀਜ਼ ਪਸੰਦ ਹੈ? ਹੱਸ ਕੇ ਕਹਿੰਦੇ ਨੇ, ਦੁਨੀਆ ਦਾ ਹਰ ਸੁੱਖ ਮਾਣਿਆ। ਅੱਗੇ ਗੁਰੂ ਤੇਗ ਬਹਾਦਰ ਚੰਦੋਵੇ ਥੱਲੇ ਬੈਠਦੇ ਸਨ, ਚੌਰ ਹੁੰਦੀ ਸੀ, ਮੈਂ ਸਾਹਮਣੇ ਬਹਿ ਕੇ ਦੇਖਦਾ ਸਾਂ, ਸਵਾਦ ਉਹਦਾ ਵੀ ਬੜਾ ਹੈ। ਉਸ ਕਿਰਪਾ ਨਾਲ ਅੱਜ ਮੈਂ ਇਸ ਅਵਸਥਾ ਤੇ ਪਹੁੰਚ ਗਿਆ ਕਿ ਗੁਰੂ ਤੇਗ ਬਹਾਦਰ ਪਿੰਜਰੇ ਚ ਹੈ, ਮੈਂ ਸਾਹਮਣੇ ਚਰੀਨ ਲੱਗਾ, ਪਰ ਸੱਚ ਇਹਦੇ ਵਰਗਾ ਸਵਾਦ ਕਦੀ ਨਹੀਂ ਆਇਆ। ਮੈਨੂੰ ਆਰਾ ਪਿਆਰਾ ਹੈ। ਮੈਂ ਕੱਲ ਵੀ ਰਾਤ ਸੁਣਾਇਆ ਸੀ, 2 ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਤੀਰ। ਉਹ ਰੋਮ ਰੋਮ ਵਿੱਚ ਮੈਂਡੜਾ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਪਾਉਂਦਾ ਧਰਮ ਛੱਡਣਾ ਪਾਪ। ਟੁਕੜੇ ਇਸ ਸ਼ਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ, ਤੇਰਾ ਦੀਨ ਨੀ ਲੋੜ। ਆਰਾ ਪਿਆਰਾ ਲਗਤ ਕਹੇ, ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਨ ਦੇ ਮੇਰਾ, ਸਿੱਖੀ ਸਦਕ ਨਾ ਜਾਏ। ਕਹਿਣ ਲੱਗੇ ਆਰਾ ਪਿਆਰਾ ਹੈ। ਮਹਾਰਾਜ ਵੇਖ ਕੇ ਮੁਸਕਰਾਏ ਆ। ਯਾਦ ਰੱਖਿਓ, ਜਿਸ ਗੁਰੂ ਦੇ ਚੇਲੇ ਇੰਨੀ ਚੜ੍ਹਦੀ ਕਲਾ ਚ ਹੋਣ, ਉਸ ਗੁਰੂ ਦਾ ਅੰਦਰ ਕਿੰਨੀਆਂ ਸੀਸਾਂ ਦਿੰਦਾ ਹੋਵੇਗਾ। ਮਹਾਰਾਜ ਦੇ ਸਨਮੁਖ ਚੀਰਨ ਲੱਗੇ। ਭਾਈ ਸਾਹਿਬ ਕਹਿੰਦੇ, ਉਹ ਪੁੱਛਦੇ ਨੇ ਇੱਛਾ। ਉਹਨਾਂ 2 ਗੱਲਾਂ ਕਹੀਆਂ,
ਇੱਕ ਤਾਂ ਮੇਰਾ ਮੁੱਖ ਗੁਰੂ ਵੱਲ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਮੇਰਾ ਤਨ ਤੇ ਮਨ ਨਿਹਾਲ ਹੋਣਾ ਸਾਹਮਣੇ। ਦੂਜੀ ਗੱਲ ਕਿ ਆਰਾ ਐਸਤਾ ਚਲਾਇਓ। ਕਿਉਂ ਜੀ? ਕਹਿਣ ਲੱਗੇ ਮੈਂ ਗੁਰੂ ਦਾ ਕਲਾਮ ਸ਼ੁਰੂ ਕਰਨਾ ਹੈ, ਜੀਭ ਕੱਟਣ ਤੋਂ ਪਹਿਲਾਂ ਜਪ ਪੂਰਾ ਹੋ ਲੈਣ ਦਿਆ ਜੇ। ਮਹਾਰਾਜ ਪਿੰਜਰੇ ਚੋਂ ਬੋਲੇ, ਭਾਈ ਸਾਹਿਬ ਜਪਜੀ ਦੰਦਿਆਂ ਨਾਲ ਨਹੀਂ ਬੰਦ ਹੁੰਦਾ, ਤੇਰੇ ਸਿਰ ਤੇ ਆਰਾ ਚੱਲੇ, ਇਹ ਦੋ ਫਾੜ ਕਰ ਦੇਣ, ਗੁਰੂ ਨਾਨਕ ਤੇਰੇ ਨਾਲ ਰਹੇਗਾ, ਤੇਰੇ ਟੁਕੜਿਆਂ ਵਿੱਚੋਂ ਵੀ ਜਪਜੀ ਦੀ ਆਵਾਜ਼ ਆਏਗੀ। ਇਤਿਹਾਸ ਕਹਿੰਦਾ ਅਰਧੋ ਉਰਦ ਚਰਾਏ ਸੋ ਡਾਰਾ, ਕਵੀ ਸੰਤੋਖ ਸਿੰਘ, ਬਿਲਕੁਲ ਦੋ ਫਾੜ ਕਰ ਦਿੱਤਾ। ਅਰਧੋ ਉਰਦ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਭਵਖ ਹੈ, ਦਵੈ ਫਾਰਾ, ਦੋ ਫਾੜੀਆਂ ਹੋ ਗਿਆ। ਦੋਨੋਂ ਤਨ ਤੇ ਜਪਜੀ ਪੜੈ, ਹੇਰਤ ਸਭ ਕੈ ਅਚਰਜ ਪੜੈ, ਸਭ ਹੈਰਾਨ ਹੋ ਗਏ। ਭਾਈ ਸਾਹਿਬ ਦਾ ਦੋਨੋਂ ਪਾਸੇ ਸਰੀਰ ਲੁੱਟ ਗਿਆ ਸੀ ਜੀ। ਆ ਫਿਰ ਚੀਰ ਦਿੱਤਾ, ਖੱਬੇ ਸੱਜੇ ਡਿੱਗ ਪਿਆ, ਪਰ ਦੋਨਾਂ ਟੁਕੜਿਆਂ ਚੋਂ ਜਪਜੀ ਦੀ ਆਵਾਜ਼ ਆਉਂਦੀ ਸੀ। ਇਹਨੂੰ ਗੱਲ ਨੂੰ ਸੁਣਿਓ ਧਿਆਨ ਨਾਲ। ਇਹ ਜਿਹੜੀ ਗੁਰਬਾਣੀ ਹੈ ਨਾ, ਇਹ ਇਕੱਲੇ ਜਿਉਂਦਿਆਂ ਲਈ ਨਹੀਂ। ਜੇ ਤੁਸੀਂ ਇਹ ਕਹੋ ਜੀ ਇਹ ਬਾਣੀ ਓਨੀ ਦੇਰ ਤੱਕ ਕੀਰਤਨ ਕਥਾ ਜੀ ਜਿੰਨੀ ਦੇਰ ਤੱਕ ਜਿਉਂਦੇ ਆ, ਜਿਉਂਦਿਆਂ ਨੂੰ ਤਾਂ ਸਾਰੀ ਦੁਨੀਆ ਵੀ ਨਾਲ ਤੁਰੀ ਫਿਰਦੀ ਏ। ਇਹ ਬਾਣੀ ਉੱਥੇ ਜਾਂਦੀ ਹੈ ਜਿੱਥੇ ਦੁਨੀਆ ਮੁੱਕ ਜਾਂਦੀ ਹੈ। ਪਿਆਰਿਓ, ਜਪਜੀ ਸਾਹਿਬ ਦਾ ਪਾਠ ਪੂਰਾ ਹੋਇਆ। ਭਾਈ ਦਿਆਲਾ ਜੀ ਉਸ ਵਕਤ ਤੋਂ ਬੋਲਦੇ ਆ, ਜਦੋਂ ਭਾਈ ਸਾਹਿਬ ਨੂੰ ਚੀਰਿਆ ਤੇ ਉਸ ਵਕਤ ਭਾਈ ਦਿਆਲਾ ਜੀ ਕਹਿੰਦੇ ਆ, ਗੁਰੂ ਕੀਆਂ ਸਾਖੀਆਂ 'ਚ ਗਿਆਨੀ ਗਿਆਨ ਸਿੰਘ ਲਿਖਦਾ, ਵੈਸੇ ਗੁਰੂ ਕੀਆਂ ਸਾਖੀਆਂ ਵਿੱਚ ਵੀ ਜ਼ਿਕਰ, ਕਹਿਣ ਲੱਗੇ ਉੱਚੀ ਆਵਾਜ਼ ਚੌਂਕ 'ਚ ਬੋਲਿਆ ਸਿੱਖ, ਕਹਿੰਦਾ ਅੱਜ ਗੁਰੂ ਕਾ ਸਿੱਖ ਨਹੀਂ ਚੀਰਿਆ, ਅੱਜ ਔਰੰਗੇ ਨੇ ਆਪਣੇ ਸਿੰਘਾਸਨ ਦੀਆਂ ਜੜ੍ਹਾਂ ਚੀੜ ਕੇ ਰੱਖ ਲਈਆਂ। ਤੁਸੀਂ ਸਿੱਖ ਨਹੀਂ ਚੀਰਿਆ, ਤੁਸੀਂ ਅੱਜ ਆਪਣੀ ਹਕੂਮਤ ਚੀਰ ਸੁੱਟੀ। ਇੰਨੇ ਸ਼ਬਦ ਕਹਿਣ ਲੱਗੇ ਨੂੰ ਦੇਗ ਵਿੱਚੋਂ ਬਾਲ ਦਿਓ। ਬਲਦੀ ਕੋਈ ਭਾਂਬੜ, ਭਾਈ ਸਾਹਿਬ ਨੂੰ ਦੇਗ ਉਬਲਦੇ ਪਾਣੀ 'ਚ ਰੱਖ ਦਿੱਤਾ। ਜਦੋਂ ਦੇਗ 'ਚ ਬਿਠਾਇਆ, ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਵੱਲ ਦੇਖਿਆ, ਪਿੰਜਰੇ 'ਚ ਦਾਤਾ ਜੀ ਨਦਰ ਕਰ ਰਹੇ ਸਨ, ਤੇ ਮਨ 'ਚ ਕੀ ਬੋਲ ਕੇ ਕਹਿੰਦੇ ਦੇਗ 'ਚ ਬੈਠਣ ਤੋਂ ਪਹਿਲਾਂ ਹੱਥ ਜੋੜ ਕੇ ਅਰਦਾਸ ਕਰਕੇ ਕਿਹਾ, ਸਤਿਗੁਰੂ ਪੰਜਵੇਂ ਜਾਮੇ 'ਚ ਜਹਾਂਗੀਰ ਤੇ ਚੰਦੂ ਦੀ ਦੇਗ ਸੀ, ਤੁਸੀਂ ਉੱਥੇ ਉਬਾਲੇ ਸਹਾਰ ਗਏ ਗੁਰੂ ਅਰਜਨ ਦੇਵ, ਅੱਜ ਤੇਰਾ ਸਿੱਖ ਜਹਾਂਗੀਰ ਦੇ ਪੋਤੇ ਦੀ ਤਪ ਦੀ ਦੇਗ 'ਚ ਬੈਠਣ ਲੱਗਾ ਹੈ, ਕਿਰਪਾ ਕਰੀ ਉਸੇ ਤਰ੍ਹਾਂ ਸਹਾਰ ਦੇ ਜਿਵੇਂ ਉੱਥੇ ਸਹਾਰੇ ਸਨ। ਭਾਈ ਦਿਆਲਾ ਜੀ ਉਹਨਾਂ ਨੂੰ ਉਬਲਦੀ ਦੇਗ 'ਚ ਬਿਠਾਇਆ। ਉਸ ਤਪਦੇ ਹੋਏ ਪਾਣੀ ਨੇ ਭਾਈ ਸਾਹਿਬ ਦੀ ਚਮੜੀ ਹੱਡੀਆਂ ਤੋਂ ਵੱਖ ਕਰ ਦਿੱਤੀ। ਪਿਆਰਿਓ, ਤੀਸਰੇ ਭਾਈ ਸਤੀ ਦਾਸ, ਗੁਰੂ ਸਾਹਿਬ ਦੇ ਲਿਖਾਰੀ, ਭਾਈ ਮਤੀ ਦਾਸ ਦੇ ਭਰਾਤਾ, ਉਹਨਾਂ ਨੂੰ ਚੌਂਕ ਵਿੱਚ ਖੜਿਆਂ ਕੀਤਾ। ਫਿਰ ਰੂੰ ਦੀਆਂ ਪੰਡਾਂ ਲਿਆਂਦੀਆਂ ਗਈਆਂ। ਆਪ ਨੂੰ ਪਤਾ ਹੈ ਜੀ, ਰੂੰ ਜਿਵੇਂ ਗਲਾਫ ਕਰਕੇ ਆਪਾਂ ਪਾਉਂਦੇ ਆ, ਉਹ ਸਾਰਾ ਭਾਈ ਸਾਹਿਬ ਨੂੰ ਖੜਿਆਂ ਕਰਕੇ ਬੰਨਿਆ, ਨਾਲ ਨਾਲ ਰੱਸੀਆਂ ਬੰਨੀ ਜਾਣ, ਰੂੰ ਦੀਆਂ ਤਹਿਆਂ ਲਾ ਦਿੱਤੀਆਂ। ਭਾਈ ਸਾਹਿਬ ਦਾ ਚਿਹਰਾ ਵੀ ਢੱਕ ਦਿੱਤਾ ਉਹਨੇ। ਗੁਰੂ ਤੇਗ ਬਹਾਦਰ ਸਾਹਿਬ ਦੇਖ ਰਹੇ ਆ, ਉਹਨਾਂ ਦੇ ਸਰੀਰ ਨਾਲ ਬੱਧੇ ਰੂੰ ਨੂੰ ਅੱਗ ਲਾਈ। ਜਦੋਂ ਅੱਗ ਦੇ ਭਾਂਬੜ ਮੱਚੇ, ਲੋਕਾਂ ਨੇ ਵੀ ਦੇਖਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਦੇਖਿਆ। ਪਿਆਰਿਓ, ਗੁਰੂ ਦੀ ਨਜ਼ਰ ਪਈ। ਭਾਈ ਸਾਹਿਬ, ਕਹਿਣਾ ਬਹੁਤ ਸੌਖਾ ਹੈ ਜੀ, ਕਥਾ ਕਰਨੀ ਬਹੁਤ ਸੌਖੀ। ਇੱਥੇ ਇੱਕ ਨੇਲ ਕਟਰ ਨਾਲ 9 ਦਾ ਜੜ ਕੱਟੀ ਜਾਏ ਤੇ ਰਾਤ ਨੀਂਦ ਨਹੀਂ ਪੈਂਦੀ। ਆਰੇ ਨਾਲ ਚੀਰਾ ਜਾਣਾ ਕੋਈ ਖਾਲਾ ਜੀ ਦਾ ਵਾੜਾ? ਇੱਕ ਮੈਂ ਬੇਨਤੀ ਕਰਾਂਗਾ, ਪਾਣੀ ਥੋੜਾ ਜਿਹਾ ਘਰ ਰਸੋਈ 'ਚ ਕੰਮ ਕਰਦਿਆਂ ਹੱਥ ਤੇ ਪੈ ਜਾਏ ਤੇ ਕਿੰਨੇ ਦਿਨ ਹੱਥ ਲਪੇਟੀ ਰੱਖਨੇ ਆ, ਤੇ ਕਿੰਨੇ ਪੈਰ ਦੇਗ ਵਿੱਚ ਉਬਲਿਆ ਹੈ। ਗੁਰਮੁਖੋ ਮਹਿਸੂਸ ਕਰਨਾ। ਦੂਜੀ ਗੱਲ, ਰੂਨ 'ਚ ਬੰਨ ਕੇ ਸਾੜ ਦੇਣਾ। ਜਦੋਂ ਭਾਈ ਸਾਹਿਬ ਸ਼ਹੀਦ ਹੋਏ, ਕਹਿੰਦੇ 3 ਵਾਰੀ ਆਵਾਜ਼ ਪਿੰਜਰੇ 'ਚੋਂ ਆਈ। ਉਹ 3 ਵਾਰੀ ਆਵਾਜ਼ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇਖ ਰਹੇ ਆ, ਮਹਾਰਾਜ ਸ਼ਬਦ ਕਹਿੰਦੇ ਆ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। 3 ਵਾਰੀ ਸ਼ਬਦ ਕਹਿ ਕੇ ਪਿੰਜਰੇ 'ਚੋਂ ਗਰਜ ਦੀ ਆਵਾਜ਼ ਆਈ, ਕਾਜ਼ੀ ਅੱਜ ਸਿੱਖ ਚੀਰ ਕੇ, ਸਾੜ ਕੇ, ਉਬਾਲ ਕੇ ਸ਼ਹੀਦ ਕੀਤੇ ਨੇ। ਜਿੰਨੀ ਦੇਰ ਤੱਕ ਇਹ ਧਰਤੀ ਰਹੇਗੀ ਜਿੱਥੇ ਕੁਝ ਵਾਪਰਿਆ ਹੈ, ਜਿੰਨੀ ਦੇਰ ਤੱਕ ਅਸਮਾਨ ਤਾਰੇ ਰਹਿਣਗੇ,
इस धरती नूं मानवता नमस्कार करती रहेगी। ये सदीव काल वास्ते टिक गए, ये गए नहीं। महाराज दा पिंजरा फिर वापस कोतवाली लियांदा गया है, सवेरे गुरु नूं शहीद किया जाना है। मैं कल भी एक अर्ज की सी कि चलो मैं वो थोड़ी जी सुना देना रकाबगंज साहब, क्योंकि वो मैं 4 अखर लिखे सन तो मैं इस तो वास्ते लिखे सन। राती पटेल नगर में बेनती की, कविता दी दाते ने थोड़ी बहुती सोझी दी लिखन दी। मैं लिखिया सी, चांदनी दा चौंक अज इकट्ठ है हनेरियां दा। सुनियो रूपक में हनेरा लिया जुल्म नूं ते सवेरा ते चानन कहा गुरु तेग बहादुर साहब ते सिखां नूं। चांदनी दा चौंक अज इकट्ठ है हनेरियां दा, हनेरियां ने अज कतल करना है सवेरियां दा। सवेरे दा अर्थ सिख। चांदनी दा चौंक इकट्ठ है हनेरियां दा, हनेरियां ने अज कतल करना है सवेरियां दा। सवेरियां दे नूर विचों, सवेरियां दे विचों अज नूर एक झड़ेगा, हनेरा इत्थे आलोप हो सवेरा फिर चढ़ेगा। एक नूं आरे नाल चीर दिता, दूजा देग विच कढ़दा, तीजे नूं रूह च लपेट दिता, वेखो हस हस सड़दा। पिंजरे च बैठे गुरु अखी ने निहार दे, धन सिक्खी मुख तो उचार दे। धन गुरु तेग बहादुर सच्चे पातशाह, उन्होंने अपने नेत्रां नाल देखिया। सच एवे इस धरती ते डुले खून ने आ लाल किले दी गुलामी तो हिंदुस्तान नूं बचाया। मैं बेनती करा उन्हां सिखां नूं तुसीं याद पे करदे हो। समाप्ति ते इक्को शब्द कह के, एक शब्द बड़ा पढ़िया जाता है, डगमग छाड़ रे मन बौरा, अब तो जरै मरै सिद्ध पाइए लीनो हाथ सिंधोरा। कबीर ऐसी, ये दो मेरी कबीर जी ने वरते, कबीर ऐसी खोए परी मन को भावत कीन, मरने ते क्या डरपना जब हाथ सिंधोरा। ये आपको पता होना शायद सिंधोरा की है। ये राजपुताने की उदाहरण है। जदों किसी दे पति की मौत हुंदी सी ते पत्नी नूं सती होना पैंदा सी, विधवा नूं। सिंधोरा की हुंदा है? वो की करदी हुंदी सी, ओनू प्रोत कह लो जां परिवार दे जी एक थाल लैके आउंदे सन। उस थाल दे विच चौल पांदे सन, फुल पांदे सन ते सुगंधी पांदे सन। संधौरा की है? हाँ, उस तो पहला आस है शायद बच जाए, जे कोई कह दे भी ना मारो, रहन दिओ, ना सड़न दिओ। पर जदों थाल विच संदूरा, संदूरे दा अर्थ है नारियल उत्ते संदूर लाना, इनू संधौरा कहंदे आ। नारियल ते संदूर ला देना, चौल थाली च रखने, फुल रखने, धूप जगानी, कुछ केसर रखना। ते फिर की हुंदा सी, वो औरत जिहदे पति दी डेथ हो गई पूरे पिंड दी परिक्रमा करदी सी। ये संधौरा किवें बनदा सी? पिंड दी परिक्रमा करके फिर पति दी लोथ करवाउंदी सी घर, ओदी लाश वो फिर रखे हुए संदूर नाल ओदे मत्थे ते तिलक लांदी सी। उस तो बाद जदों लाश निकलदी सी, ये थाली पकड़ के नाल तुरदी सी, चिखा चुनी जानी। ये फिर चिखा दी परिक्रमा करदी सी थाली पकड़ के, उस संधौरे नूं पकड़ के परिक्रमा करदी सी। पति दे सिर कोल आके जेड़े थाली च चौल पए हुंदे सन, वो लोकां ते सट के आशीर्वाद देंदी सी। पर याद रखियो, जिन्हें एक बारी संधौरा पकड़ लिया, ओदी कोई गुंजाइश नहीं, वो बच सके। यदि उदाहरण गुरु ने लिया, जिवें संधौरा पकड़िया होवे ते औरत नूं हर हालत विच सड़ना ही पैंदा है। जदों सिख अपने हत्थ विच सिदक दा संधौरा लेके चलदा, मौत नूं कबूलदा है, पिछा वापस नहीं आउंदा। संधौरे दर ते पिछा नहीं होने आउणा। फिर वो पति दी चिखा दी परिक्रमा कर चौल सटदी सी, थाली ते सारे फुल नूं देवतियां दे पेश कर देना, भेटा देना। फिर पति दा सिर झोली च रखदी सी ते आंदी सी, हुण अग ला दिओ। मैं बिनती करा, ये संधौरे दा अर्थ है, जिहड़ा थाली पकड़ के चल पिया उन्हें सड़ना ही सड़ना है। ये सिख सच्ची मुची संधौरा पकड़ के आए सन। असी वापस नहीं जाना, असी शहीद होना ही होना है। उन्हां सिखां नूं अज आप जी याद करदे पए। बाकी मैं सवेरे बेनती करांगा, कुदरती तौर पर जी जिहड़ी लड़ीवार कथा चल रही है ना, सवेरे सलोक है, अज मैं एको सलोक लिया, इट सराणे भोए सवन
कीड़ा लड़ियो मास, कितड़ियां जुग वापरे इकत पया पास। सवेरे मैं बेनती करनी है, औरंगजेब इक्को पासे पिया है, ਉਹਦੇ ਮਾਸ ਨੂੰ ਕੀੜੇ ਵੀ ਨੋਚ ਗਏ ਨੇ, ਪਰ ਯਾਦ ਰੱਖਿਓ ਜਿਹਨੂੰ ਚੌਂਕ ਸੱਟਿਆ ਸੀ ਉਹਦੀ ਇੱਕ ਇੱਕ ਧੂੜ ਲੋਕ ਮੱਥੇ ਤੇ ਲਾਉਂਦੇ ਨੇ। ਇਹ ਕੱਲ ਨੂੰ ਸਵੇਰ ਦੀ ਕਥਾ ਵਿੱਚ ਆਪਾਂ ਇਸੇ ਲੜੀ ਨੂੰ ਅੱਗੇ ਸ਼ੁਰੂ ਕਰਾਂਗੇ। ਸਭ ਦਾ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ ਔਰ ਸਨਮਾਨਯੋਗ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਲਾਲ ਤੇ ਤੁਹਾਡਾ ਸਾਧ ਸੰਗਤ ਜੀ, ਇਹ ਪਿੰਕੀ ਵੀਰ ਜੀ ਤੁਹਾਡਾ ਧੰਨਵਾਦ ਬਹੁਤ। ਇਸ ਕਰਕੇ ਮੈਂ ਕਰ ਰਿਹਾ, ਕਿੰਨਾ ਖੁਸ਼ਕਿਸਮਤ ਹਾਂ ਕਿ ਗੁਰੂ ਤੇਗ ਬਹਾਦਰ ਤੇਰੀ ਸ਼ਹਾਦਤ ਵਾਲੇ ਦਿਨ ਤੂੰ ਆਪਣੇ ਚਰਨਾਂ 'ਚ ਸਾਧਨਾ ਹੈ। ਕਿਰਪਾ ਕਰੀ ਦਾਤਾ, ਮੇਰੇ ਪਰਦੇ ਢੱਕ ਲਈ, ਉਸਤਤ ਨਿੰਦਿਆ ਤੋਂ ਬਚਾ ਲਈ, ਅੰਦਰ ਜਰਨ ਦੀ ਸਮਰੱਥਾ ਦੇ ਦੀ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।